ਕਈ ਵਾਰੀ ਹੁੰਦਾ ਹੈ ਕਿ ਬੁਖਾਰ ਹੈ ਜਿਹੜਾ ਉਹ 102 ਡਿਗਰੀ ਤੋਂ ਵੀ ਉੱਪਰ ਚਲਾ ਜਾਵੇ ਟੈਂਪਰੇਚਰ, ਤਾਂ ਫਿਰ ਬੰਦੇ ਨੂੰ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਫਟਾਫਟ ਡਾਕਟਰ ਦੇ ਕੋਲ ਭੱਜਦੇ ਨੇ। ਖਾਸ ਕਰ ਜੋ ਛੋਟੇ ਬੱਚਿਆਂ ਨੂੰ ਬੁਖਾਰ ਹੁੰਦਾ ਹੈ ਤੇ ਘਰ ਦੇ ਵਿੱਚ ਉਹ 102 ਡਿਗਰੀ ਨੂੰ ਆਪਾਂ ਕਿਵੇਂ ਬਰਦਾਸ਼ਤ ਕਰ ਸਕਦੇ ਹਾਂ। ਬਹੁਤ ਸਾਰੇ ਆਯੁਰਵੇਦ ਔਰ ਨੈਚੁਰੋਪੈਥੀ ਦੇ ਸਪੈਸ਼ਲਿਸਟ ਨੇ ਮਿਲ ਕੇ ਡਾਈਟ ਬਣਾਈ ਸੀ, ਜਿਹਨੂੰ 3 ਸਟੈਪ ਫਲੂ ਡਾਈਟ ਕਿਹਾ ਜਾਂਦਾ ਹੈ। ਔਰ ਇਸ ਡਾਈਟ ਨਾਲ 60,000 ਤੋਂ ਉੱਤੇ ਪੇਸ਼ੈਂਟਸ ਜਿਹੜੇ ਨੇ ਉਹ ਠੀਕ ਹੋਏ ਨੇ ਫਲੂ ਤੋਂ। ਇਹਦੇ ਪਿੱਛੇ ਕੀ ਸਾਇੰਸ ਹੈ ਕਿ ਅਸੀਂ ਕਈ ਵਾਰੀ ਹੁੰਦਾ ਕਿ ਬਹੁਤ ਜ਼ਿਆਦਾ ਕਾਹਲੀ ਦੇ ਵਿੱਚ ਆਮ ਤੌਰ ਤੇ ਵੀ ਆਪਾਂ ਪਾਣੀ ਪੀਣਾ ਹੁੰਦਾ ਤਾਂ ਫਟਾਫਟ ਗੱਟ ਕਰਕੇ ਪਾਣੀ ਪੀ ਜਾਂਦੇ ਆ, ਲੱਸੀ ਪੀਣੀ ਹੈ, ਦੁੱਧ ਪੀਣਾ ਹੈ। ਇਹ ਮਤਲਬ ਸਿਪ ਕਰਕੇ ਪੀਣ ਦੇ ਪਿੱਛੇ ਕੀ ਸਾਇੰਸ ਹੈ ਕਿ ਹਰੇਕ ਚੀਜ਼ ਇਸ ਤਰ੍ਹਾਂ ਪੀਣੀ ਚਾਹੀਦੀ ਹੈ? ਤੁਸੀਂ ਦੇਖੋ, ਜਿਸ ਵੇਲੇ ਸਾਨੂੰ ਬੁਖਾਰ ਆਉਂਦਾ ਹੈ, ਸਾਡੇ ਸਰੀਰ ਦਾ ਟੈਂਪਰੇਚਰ ਵੱਧਦਾ ਹੈ ਤੇ ਸਾਡੇ ਸਰੀਰ ਦੇ ਵਿੱਚੋਂ ਪਸੀਨਾ ਨਿਕਲਦਾ ਹੈ। तो एक साडा जिहड़ा स्वेट चैनल सीगा पसीना बाहर कड्ढण वाला चैनल वो एक्टिवेट हो जाता है। सो उस दे राही गंदगी बाहर निकलदी है। प्राण शक्ति दे दो फंक्शन मेन होंदे ने। पहला होंदा है भोजन नूं हजम करना, दूजा होंदा है अंदर सफाई करना। सो जे ये प्राण शक्ति हजम करन विच लग जावे भोजन नूं ते सफाई नहीं कर पांदी प्रॉपरली। सो जे आपां 3 दिन वास्ते इहनूं हजम करन तो हटा के सफाई विच ही ला देण ते जल्दी तो जल्दी बुखार खांसी जुकाम ठीक हो जांदा है। ਜਿਹੜੇ ਲੋਕੀ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਸ ਦਿਨ ਬੁਖਾਰ ਦਾ ਪਹਿਲਾ ਲੱਛਣ ਆਵੇ, ਬੋਡੀ ਟੈਂਪਰੇਚਰ ਥੋੜਾ ਵੀ ਵਧਿਆ ਹੋਇਆ ਲਵੇ, ਉਸੇ ਦਿਨ ਤੋਂ ਤੁਸੀਂ ਇਹ ਜਿਹੜੀ ਡਾਈਟ ਹੁਣੇ ਦੱਸੀ ਗਈ ਹੈ ਉਹ ਸ਼ੁਰੂ ਕਰ ਦਿਵੋ। 80 ਪੇਸ਼ੈਂਟਸ ਦੇ ਉੱਤੇ ਇਹ ਸਟੱਡੀ ਕੀਤੀ, 2 ਗਰੁੱਪ ਵਿੱਚ ਡਿਵਾਈਡ ਕਰ ਲਏ। 40 ਪੇਸ਼ੈਂਟ ਲਗਭਗ ਉਹ ਸੀ ਜਿਨ੍ਹਾਂ ਨੂੰ ਕੋਈ ਦਵਾਈ ਨਹੀਂ ਦਿੱਤੀ ਗਈ ਔਰ 40 ਪੇਸ਼ੈਂਟ ਲਗਭਗ ਉਹ ਸੀ ਜਿਨ੍ਹਾਂ ਨੂੰ ਪੈਰਾਸੀਟਾਮੋਲ ਹਰ ਥੋੜੀ ਦੇਰ ਬਾਅਦ ਦਿੱਤੀ ਗਈ। और होया कि जब रिजल्ट्स देखे गए कुछ ही दिनों में रिजल्ट सामने आ गए कि जेड़े लोगों ने कोई भी दवाई नहीं ली सी उन्हां विच सिर्फ एक इंसान दी मौत हुई और जिन्हां ने पैरासीटामोल हर थोड़ी देर बाद ली उन्हां विच 7 लोगों दी मौत हुई। इस वेले साडी बॉडी ने खुद ही इंडिकेशन दे दी कि हुण मैनूं मन नहीं कर रहा, खाण दा इच्छा नहीं है। क्यों? क्योंकि अंदर सफाई चल रही है। सो उस टाइम सानू नारियल पानी वर्गी चीज या संतरे दे जूस वर्गी चीज देनी है जो बड़ी आराम नाल बॉडी डाइजेस्ट भी कर लवे, मिनरल्स ते विटामिन्स की कमी भी पूरी कर देवे। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਬਹੁਤ ਹੀ ਖਾਸ ਹਫਤਾਵਰੀ ਪ੍ਰੋਗਰਾਮ ਭੋਜਨ ਹੀ ਬਿਮਾਰੀ ਭੋਜਨ ਹੀ ਇਲਾਜ ਦੇ ਵਿੱਚ। ਇਸ ਪ੍ਰੋਗਰਾਮ ਦਾ ਸਾਡਾ ਮਕਸਦ ਹੈ ਕਿ ਕੁਦਰਤੀ ਤਰੀਕੇ ਦੇ ਨਾਲ ਅਸੀਂ ਆਪਣੇ ਸਰੀਰ ਦੇ ਅੰਦਰ ਜੋ ਮਾੜੀਆਂ ਮੋਟੀਆਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਵੇਂ ਠੀਕ ਕਰ ਸਕਦੇ ਹਾਂ ਅਤੇ ਕਿਹੜਾ ਅਜਿਹਾ ਭੋਜਨ ਖਾਣਾ ਚਾਹੀਦਾ, ਸਾਨੂੰ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਕਿ ਸਾਨੂੰ ਬਿਮਾਰੀਆਂ ਲੱਗਣ ਹੀ ਨਾ। ਇਹੀ ਸਾਡਾ ਮਕਸਦ ਹੈ ਕਿ ਸਾਡੀ ਸਭ ਦੀ ਰਸੋਈ ਦੇ ਵਿੱਚ ਇਲਾਜ ਹੁੰਦਾ ਹੈ ਪਰ ਅਸੀਂ ਬਾਹਰ ਵੱਲ ਨੂੰ ਭੱਜਦੇ ਹਾਂ ਤੇ ਕਈ ਵਾਰੀ ਬਿਨਾਂ ਮਤਲਬ ਤੋਂ ਅਸੀਂ ਬਿਮਾਰੀਆਂ ਸਹੇੜ ਲੈਂਦੇ ਹਾਂ। ਸੋ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਸਰੀਰ ਦੇ ਬਾਰੇ, ਆਪਣੇ ਭੋਜਨ ਦੇ ਬਾਰੇ। ਸਾਡੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਕੈਨੇਡਾ ਤੋਂ ਜੁੜਦੇ ਨੇ, ਖਾਸ ਤੌਰ ਤੇ ਡਾਕਟਰ ਕਮਲਪ੍ਰੀਤ ਸਿੰਘ ਜਿਹੜੇ ਕਿ ਨਿਊਟ੍ਰੀਸ਼ਨ ਐਕਸਪਰਟ ਨੇ। ਜਿਹੜੀ ਡਾਈਟ ਹੈ, ਖਾਣਾ ਹੈ, ਜਿਹੜਾ ਭੋਜਨ ਨੂੰ ਕਿਵੇਂ ਖਾਣਾ ਹੈ, ਕਿਹੜੀ ਵਿਧੀ ਦੇ ਨਾਲ ਖਾਣਾ ਹੈ, ਉਹਦੇ ਵਿੱਚ ਉਹ ਪੂਰੀ ਮਾਹਿਰਤਾ ਰੱਖਦੇ ਨੇ। ਸੋ ਸਮੇਂ ਦਾ ਭਾਵੇਂ ਬੜਾ ਡਿਫਰੈਂਸ ਹੈ, ਬੜਾ ਹੀ ਫਰਕ ਹੈ ਕੈਨੇਡਾ ਅਤੇ ਪੰਜਾਬ ਦੇ ਸਮੇਂ ਦਾ। ਜੇ ਉੱਥੇ ਰਾਤ ਹੈ ਤਾਂ ਇੱਧਰ ਦਿਨ ਤੜਕਾ ਹੁੰਦਾ ਹੈ, ਜੇ ਉਧਰ ਸਵੇਰ ਹੈ ਤਾਂ ਇੱਧਰ ਨੂੰ ਰਾਤ ਹੁੰਦੀ ਹੈ, ਪਰ ਫਿਰ ਵੀ ਡਾਕਟਰ ਸਾਹਿਬ ਸਮਾਂ ਕੱਢਦੇ ਨੇ। ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਖਾਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਧੰਨਵਾਦ ਜੀ। ਸੋ ਪਿਛਲੇ ਜਿਹੜੇ 2 ਐਪੀਸੋਡ ਕਰ ਚੁੱਕੇ ਆ ਇਸ ਪ੍ਰੋਗਰਾਮ ਦੇ, ਬਹੁਤ ਹੀ ਵਧੀਆ ਹੁੰਗਾਰਾ ਸਾਰੇ ਦਰਸ਼ਕਾਂ ਨੇ ਦਿੱਤਾ ਹੈ। ਡਾਇਬਟੀਜ਼ ਨੂੰ ਲੈ ਕੇ ਜਿਹੜਾ ਪ੍ਰੋਗਰਾਮ ਆਪਾਂ ਕੀਤਾ ਸੀ ਉਹਨੂੰ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ ਡਾਕਟਰ ਸਾਹਿਬ। ਸੋ ਹੁਣ ਮੌਸਮ ਹੈ ਜਿਹੜਾ ਉਹ ਬਦਲ ਰਿਹਾ ਹੈ ਪੰਜਾਬ ਦੇ ਵਿੱਚ। ਮੌਸਮ ਇੰਨੇ ਦਿਨੀ ਜਿਹੜਾ ਹੈਗਾ ਗਰਮੀਆਂ ਤੋਂ ਬਾਅਦ ਸਰਦੀ ਆਉਂਦੀ ਹੈ ਤੇ ਇਸ ਬਦਲਦੇ ਮੌਸਮ ਦੇ ਵਿੱਚ ਸਰੀਰ ਦੇ ਵਿੱਚ ਕਾਫੀ ਤਬਦੀਲੀ ਅਸੀਂ ਦੇਖ ਪਾ ਰਹੇ ਹਾਂ। ਹਰ ਵਾਰ ਦੀ ਤਰ੍ਹਾਂ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਖੰਘ, ਜ਼ੁਕਾਮ, ਬੁਖਾਰ, ਇਸ ਤਰ੍ਹਾਂ ਦਾ ਜਿਹੜਾ ਵਾਇਰਲ ਫੀਵਰ ਜਿਹਨੂੰ ਲੋਕ ਇੱਥੇ ਕਹਿੰਦੇ ਨੇ ਉਹ ਸਾਰਿਆਂ ਨੂੰ ਚਿਮੜਿਆ ਹੋਇਆ ਹੈਗਾ। ਤੇ ਇਹਦੇ ਵਿੱਚ ਬਦਲਦੇ ਮੌਸਮ ਦੇ ਵਿੱਚ ਆਪਾਂ ਨੂੰ ਕੀ ਖੁਰਾਕ ਲੈਣੀ ਚਾਹੀਦੀ ਹੈ ਅਤੇ ਕੀ ਕੁਛ ਜਿਹੜੀਆਂ ਨਿੱਕੀਆਂ ਬਿਮਾਰੀਆਂ ਨੇ ਉਹਨਾਂ ਨੂੰ ਅਸੀਂ ਕਿਵੇਂ ਘਰ ਦੇ ਵਿੱਚ ਠੀਕ ਕਰ ਸਕਦੇ ਹਾਂ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਇਹ ਮੈਂ ਜਾਣਨਾ ਚਾਹਾਂਗੀ ਕਿ ਬਦਲਦੇ ਮੌਸਮ ਦੇ ਵਿੱਚ ਇਹ ਜਿਹੜੀਆਂ ਨਿੱਕੀਆਂ ਮੋਟੀਆਂ ਸਮੱਸਿਆਵਾਂ ਨੇ ਇਹ ਕਿਉਂ ਆਉਂਦੀਆਂ ਨੇ ਸਰੀਰ ਦੇ ਵਿੱਚ? ਹਾਂਜੀ, ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਇਹ ਛੋਟੀ ਮੋਟੀ ਪ੍ਰੋਬਲਮਸ ਜਿਹੜੀਆਂ ਹੈਗੀਆਂ ਜਾਂ ਛੋਟੀ ਮੋਟੀ ਕਈਆਂ ਵਾਸਤੇ ਵੱਡੀ ਵੀ ਬਣ ਸਕਦੀਆਂ ਨੇ। ਸੋ ਬੁਖਾਰ ਹੁੰਦਾ ਹੈ, ਜ਼ੁਕਾਮ, ਖਾਂਸੀ, ਟਾਇਲਟ ਬਾਰ-ਬਾਰ ਜਾਣਾ ਜਿਹਨੂੰ ਡਾਇਰੀਆ ਕਹਿ ਦਿੰਦੇ ਆ। ਇਸ ਤੋਂ ਇਲਾਵਾ ਸਾਡਾ ਨੱਕ ਬੰਦ ਹੋ ਜਾਂਦਾ ਹੈਗਾ
ਤੇ ਵੀਕਨੈਸ ਆ ਜੀ ਸਕਦੀ ਹੈ ਕਈ ਵਾਰੀ, ਕਮਜ਼ੋਰੀ। ਸੋ ਇਸ ਤਰ੍ਹਾਂ ਦੀ ਚੀਜ਼ਾਂ ਹੋ ਸਕਦੀਆਂ ਨੇ ਤੇ ਇਹ ਹੁੰਦੀਆਂ ਨੇ, ਕਿਉਂਕਿ ਦੇਖੋ ਹੁਣ ਗਰਮੀਆਂ ਤੋਂ ਸਰਦੀਆਂ ਆ ਰਹੀਆਂ ਨੇ, ਮੌਸਮ ਬਦਲ ਰਿਹਾ ਹੈ, ਪੱਤੇ ਝੜਦੇ ਨੇ, ਫਿਰ ਇਸ ਪ੍ਰਕਾਰ ਕੁਦਰਤ ਵਿੱਚ ਬਦਲਾਵ ਆ ਰਿਹਾ ਹੈ। ਤਾਂ ਸਾਡੇ ਸਰੀਰ ਵਿੱਚ ਵੀ ਇੱਕ ਬਿਲਕੁਲ। ਬਦਲਾਵ ਆਉਂਦਾ ਹੈ, ਸਾਡੀ ਬੋਡੀ ਵੀ ਐਡਜਸਟ ਕਰਦੀ ਹੈ ਇਸ ਬਦਲਾਵ ਦੇ ਨਾਲ। ਤੇ ਹੁੰਦਾ ਕੀ ਹੈ, ਹੂੰ, ਯੂਜੂਅਲੀ ਓਵਰ ਅ ਪੀਰੀਅਡ ਆਫ ਟਾਈਮ ਸਾਡੀ ਬੋਡੀ ਦੇ ਵਿੱਚ ਕੁਝ ਗੰਦਗੀ ਇਕੱਠੀ ਹੋ ਜਾਂਦੀ ਹੈ। ਸੋ ਉਸ ਗੰਦਗੀ ਨੂੰ ਬਾਹਰ ਠੀਕ ਹੈ। ਕੱਢਣ ਵਾਸਤੇ ਬੋਡੀ ਕੀ ਕਰਦੀ ਹੈ, ਇਸ ਤਰ੍ਹਾਂ ਦੀ ਜਿਹੜੀ ਸਿੰਪਟਮਸ ਨੇ, ਜਿਵੇਂ ਫੀਵਰ ਹੋ ਗਿਆ ਜਾਂ ਫਿਰ ਖਾਂਸੀ ਹੋ ਗਈ, ਜ਼ੁਕਾਮ ਹੋ ਗਿਆ, ਡਾਇਰੀਆ ਹੋ ਗਿਆ, ਇਹ ਲਗਾਉਂਦਾ ਹੈ ਤਾਂ ਕਿ ਸਰੀਰ ਦੀ ਸਫਾਈ ਹੋ ਸਕੇ। ਥੋੜਾ ਜਿਹਾ ਮੈਂ ਇਹਨੂੰ ਜੀ। ਡਿਟੇਲ ਵਿੱਚ ਐਕਸਪਲੇਨ ਕਰਦਾ। ਯੂਜੂਅਲੀ ਕੀ ਹੁੰਦਾ ਹੈ, ਹਰ ਰੋਜ਼ਮर्रा ਦੀ ਜ਼ਿੰਦਗੀ ਵਿੱਚ ਜਦ ਵੀ ਅਸੀਂ ਕੋਈ ਚੀਜ਼ ਖਾਂਦੇ ਹਾਂ ਨਾ, ਉਹ ਖਾਣ ਤੋਂ ਬਾਅਦ ਚੀਜ਼ ਹੂੰ, ਅੰਦਰ ਡਾਈਜੈਸਟ ਹੁੰਦੀ ਹੈ। ਡਾਈਜੈਸਟ ਹੋ ਕੇ ਸਾਡੇ ਸਰੀਰ ਨੂੰ ਪੋਸ਼ਣ ਮਿਲਦਾ ਹੈ ਤੇ ਜਿਹੜਾ ਵੇਸਟ ਹੁੰਦਾ ਹੈ, ਜੀ, ਜਿਹੜਾ ਜੋ ਬੋਡੀ ਨੂੰ ਨਹੀਂ ਚਾਹੀਦਾ ਹੁੰਦਾ, ਬੋਡੀ ਪਿਸ਼ਾਬ ਰਾਹੀਂ, ਮਲ ਤਿਆਗ ਦੇ ਰਾਹੀਂ ਕੱਢ ਦਿੰਦੀ ਹੈ ਬਾਹਰ। ਤਾਂ ਸਾਡੀ ਬੋਡੀ ਦੇ ਜੀ, 4 ਜੀ, ਚੈਨਲਸ ਹੁੰਦੇ ਨੇ ਡੀਟੌਕਸ ਕਰਨ ਦੇ, ਆਪਣੇ ਅੰਦਰ ਸਫਾਈ ਕਰਨ ਦੇ। ਪਹਿਲਾਂ ਤਾਂ ਹੁੰਦਾ ਹੈ ਪਿਸ਼ਾਬ ਕਰਨਾ, ਫਿਰ ਹੁੰਦਾ ਹੈ ਮਲ ਤਿਆਗ ਕਰਨਾ, ਔਰ ਇਸ ਤੋਂ ਇਲਾਵਾ ਸਾਂਸ ਜਿਹੜੀ ਆਪਾਂ ਬਾਹਰ ਛੱਡਦੇ ਹਾਂ, ਉਹਦੇ ਨਾਲ ਵੀ ਗੰਦਗੀ ਬਾਹਰ ਨਿਕਲਦੀ ਹੈ। ਜਿਹੜੀ ਚੌਥੀ ਚੀਜ਼ ਹੁੰਦੀ ਠੀਕ ਹੈ, ਹੈ। ਉਹ ਹੁੰਦੀ ਹੈ ਸਾਡੇ ਸਵੈਟ, ਯਾਨੀ ਪਸੀਨਾ। ਸੋ ਸਵੈਟ, ਹੂੰ, ਯੂਰਿਨ, ਸਟੂਲ ਐਂਡ ਬ੍ਰੈਥ, ਇਹ 4 ਚੈਨਲਸ ਹੁੰਦੇ ਨੇ ਬੋਡੀ ਦੀ ਸਫਾਈ ਕਰਨ ਵਾਸਤੇ। ਲੇਕਿਨ ਕਈ ਵਾਰੀ ਠੀਕ ਹੈ। ਕੀ ਹੁੰਦਾ ਹੈ, ਓਵਰ ਅ ਪੀਰੀਅਡ ਆਫ ਟਾਈਮ ਸਾਡੀ ਬੋਡੀ ਵਿੱਚ ਗੰਦਗੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਬੋਡੀ ਨੂੰ ਇੱਕ ਹੂੰ, ਮਾਸਟਰ ਕਲੈਂਸ ਕਰਨਾ ਪੈਂਦਾ ਹੈ। ਜਿਵੇਂ ਤੁਸੀਂ ਦੇਖੋ, ਆਪਾਂ ਹਰ ਰੋਜ਼ ਆਪਣੇ ਘਰ ਦੀ ਸਫਾਈ ਕਰਦੇ ਹਾਂ, ਕੂੜਾ ਕਚਰਾ ਬਾਹਰ ਕੱਢਦੇ ਹਾਂ, ਪਰ ਸਾਲ ਵਿੱਚ ਹੂੰ, ਇੱਕ ਵਾਰੀ ਦੀਵਾਲੀ ਹੋਵੇ ਜਾਂ ਗੁਰਪੁਰਬ ਹੋਵੇ ਤੇ ਆਪਾਂ ਚੰਗੀ ਤਰ੍ਹਾਂ ਸਫਾਈ ਕਰਦੇ ਹਾਂ। ਸੋਫੇ ਉਠਾ ਕੇ, ਜੀ, ਜੀ, ਕਾਰਪੇਟ ਚੱਕ ਕੇ, ਸਾਰਾ ਕੁਝ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ। ਸੋ ਇਸੇ ਤਰ੍ਹਾਂ ਸਾਲ ਵਿੱਚ ਬਿਲਕੁਲ। ਇੱਕ ਆਧ ਵਾਰੀ ਸਾਡਾ ਸਰੀਰ ਵੀ ਆਪਣੇ ਆਪ ਨੂੰ ਬੁਖਾਰ ਦੇ ਕੇ, ਆਪਣੇ ਆਪ ਨੂੰ ਖਾਂਸੀ ਜ਼ੁਕਾਮ ਦੇ ਕੇ ਅੰਦਰ ਦੀ ਸਫਾਈ ਕਰਨ ਦੀ ਹੂੰ, ਕੋਸ਼ਿਸ਼ ਕਰਦਾ ਹੈ। ਤੁਸੀਂ ਦੇਖੋ, ਜਿਸ ਅੱਛਾ। ਵੇਲੇ ਸਾਨੂੰ ਹੂੰ, ਬੁਖਾਰ ਆਉਂਦਾ ਹੈ, ਸਾਡੇ ਸਰੀਰ ਦਾ ਟੈਂਪਰੇਚਰ ਵੱਧਦਾ ਹੈ ਤੇ ਸਾਡੇ ਸਰੀਰ ਦੇ ਹੂੰ, ਵਿੱਚੋਂ ਪਸੀਨਾ ਨਿਕਲਦਾ ਹੈ। ਤੋ ਇੱਕ ਸਾਡਾ ਜਿਹੜਾ ਜੀ, ਸਵੈਟ ਚੈਨਲ ਸੀਗਾ, ਪਸੀਨਾ ਬਾਹਰ ਕੱਢਣ ਵਾਲਾ ਚੈਨਲ, ਉਹ ਐਕਟੀਵੇਟ ਹੋ ਜਾਂਦਾ ਹੈ। ਸੋ ਉਸ ਦੇ ਰਾਹੀਂ ਠੀਕ ਗੰਦਗੀ ਹੈ। ਬਾਹਰ ਨਿਕਲਦੀ ਹੈ। ਦੂਜੀ ਚੀਜ਼ ਕੀ ਹੁੰਦੀ ਹੈ, ਜਦ ਸਾਡੀ ਬੋਡੀ ਦਾ ਟੈਂਪਰੇਚਰ ਵੱਧਦਾ ਹੈ, ਟੈਂਪਰੇਚਰ ਵਧਣ ਨਾਲ ਸਾਡੇ ਸਰੀਰ ਵਿੱਚ ਕੋਈ ਇਸ ਪ੍ਰਕਾਰ ਦਾ ਵੇਸਟ ਹੁੰਦਾ ਹੈ ਤੇ ਉਹ ਬਰਨ ਹੋਣਾ, ਮੈਲਟ ਹੋਣਾ ਸ਼ੁਰੂ ਹੁੰਦਾ ਹੈ। ਐਂਡ ਸੈਕੰਡਲੀ, ਜਿਵੇਂ ਹੂੰ, ਆਪਾਂ ਗੱਲ ਕੀਤੀ ਸੀ ਕਿ ਵਾਇਰਲ ਫੀਵਰ ਦੀ ਗੱਲ ਕੀਤੀ ਸੀ, ਅਗਰ ਸਾਡੀ ਬੋਡੀ ਵਿੱਚ ਕੋਈ ਇਸ ਜੀ, ਤਰ੍ਹਾਂ ਦਾ ਜੀਵਾਣੂ ਆ ਜਾਏ, ਕੋਈ ਬੈਕਟੀਰੀਆ ਜਾਂ ਵਾਇਰਸ ਜੋ ਸਾਨੂੰ ਖਰਾਬ ਕਰ ਰਿਹਾ ਹੈ, ਅੰਦਰੋਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੇ ਸਾਡੀ ਬੋਡੀ ਕੀ ਕਰਦੀ ਹੈ, ਉਹਨੂੰ ਗਰਮੀ ਦੇ ਨਾਲ, ਫੀਵਰ ਦੇ ਨਾਲ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਸੋ ਇਹ ਫੀਵਰ ਸਾਡਾ ਕੋਈ ਜੀ, ਦੁਸ਼ਮਣ ਨਹੀਂ ਹੈ, ਇਹ ਫੀਵਰ ਸਾਨੂੰ ਹੈਲਪ ਕਰਨ ਵਾਸਤੇ ਆਇਆ ਹੈ। ਇਸ ਪ੍ਰਕਾਰ ਕਾਫੀ ਜੀ, ਸਾਰੀ ਲੇਟੈਸਟ ਮੈਡੀਕਲ ਐਂਡ ਸਾਇੰਟਿਫਿਕ ਰਿਸਰਚਸ ਵਿੱਚ ਦੇਖਿਆ ਗਿਆ ਹੈ। ਹੂੰ। ਸੋ ਜੀ ਇਸੇ ਤਰ੍ਹਾਂ ਮਤਲਬ ਆਪਾਂ ਅੱਗੇ ਤੁਹਾਡੇ ਚੱਲੀਏ। ਕਹਿਣ ਦੇ ਮੁਤਾਬਿਕ ਜੀ, ਜੀ ਕਿ ਬੁਖਾਰ ਹੈ ਜਿਹੜਾ ਉਹ ਹੋਣਾ ਜ਼ਰੂਰੀ ਹੁੰਦਾ, ਪਰ ਕਈ ਵਾਰੀ ਡਾਕਟਰ ਸਾਹਿਬ ਮੈਂ ਦੇਖਿਆ ਹੈ ਕਿ ਬਹੁਤ ਸਾਰੇ ਮੇਰੇ ਆਸ-ਪਾਸ ਹੀ ਬਹੁਤ ਸਾਰੇ ਇਸ ਤਰ੍ਹਾਂ ਦੇ ਦੋਸਤ ਮਿੱਤਰ ਹੈਗੇ ਨੇ, ਪਰਿਵਾਰਿਕ ਮੈਂਬਰ ਜਿਨ੍ਹਾਂ ਨੂੰ ਬੁਖਾਰ ਚੜ੍ਹਦਾ ਹੀ ਨਹੀਂ ਹੈ। ਉਹ ਕਹਿੰਦੇ ਨੇ ਮੈਨੂੰ ਕਿੰਨੇ ਸਾਲ ਹੋ ਗਏ ਬੁਖਾਰ ਹੋਏ ਨੂੰ, ਤੇ ਉਹਨਾਂ ਦਾ ਸਰੀਰ ਯਾਨੀ ਕਿ ਫਿਰ ਜ਼ਿਆਦਾ ਤੰਦਰੁਸਤ ਹੁੰਦਾ ਹੈ। ਹਾਂ, ਇਹ ਕੁਐਸਚਨ ਜਿਹੜਾ ਹੈਗਾ ਕਾਫੀ ਵਧੀਆ ਹੈਗਾ, ਤੇ ਇਸ ਸਿਰਫ ਹੂੰ, ਇਸ ਚੀਜ਼ ਨੂੰ ਦੇਖ ਕੇ ਆਪਾਂ ਇਹ ਕਨਫਰਮ ਨਹੀਂ ਕਰ ਸਕਦੇ ਕਿ ਉਹਨਾਂ ਦਾ ਸਰੀਰ ਵਧੀਆ ਹੈ ਕਿ ਨਹੀਂ ਹੈਗਾ। ਐਕਚੁਅਲੀ ਵਿੱਚ ਜੀ, ਸਟਰੋਂਗ ਇਮਿਊਨਿਟੀ ਹੋਣ ਦੀ ਕੁਝ ਨਿਸ਼ਾਨੀਆਂ ਹੁੰਦੀਆਂ ਨੇ। ਉਸ ਨਿਸ਼ਾਨੀਆਂ ਵੱਲ ਜੀ, ਵਧਣ ਤੋਂ ਪਹਿਲਾਂ ਮੈਂ ਇੱਕ ਪੁਆਇੰਟ ਕਵਰ ਕਰਨਾ ਚਾਹੁੰਦਾ, ਉਹ ਇਹ ਹੈ ਕਿ ਜੇ ਉਹਨਾਂ ਨੂੰ ਬੁਖਾਰ ਨਹੀਂ ਹੁੰਦਾ, ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਖਾਂਸੀ ਹੁੰਦੀ ਹੋਏ, ਜ਼ੁਕਾਮ ਹੁੰਦਾ ਹੋਏ, ਲੈਟਰਿਨ ਲੱਗਦੀਆਂ ਹੋਣ, ਇਸ ਤਰ੍ਹਾਂ ਦੀ ਚੀਜ਼ਾਂ ਉਹਨਾਂ ਨਾਲ ਹੋ ਜੀ, ਸਕਦੀਆਂ ਨੇ। ਕਿਉਂਕਿ ਕਿਸੇ ਦੀ ਬੋਡੀ ਬੁਖਾਰ ਨਾਲ ਗੰਦਗੀ ਕੱਢਦੀ ਹੈ, ਕਿਸੇ ਦੀ ਬੋਡੀ ਡਾਇਰੀਆ ਨਾਲ ਹੂੰ, ਕੱਢਦੀ ਹੈ, ਸਭ ਬੋਡੀਆਂ ਦਾ ਥੋੜਾ-ਥੋੜਾ ਫ਼ਰਕ ਹੋ ਸਕਦਾ ਹੈ। ਸੋ ਜਿਵੇਂ ਮੰਨ ਲਓ, ਜੀ, ਜੀ, ਲੈਟਰਿਨ ਅਗਰ ਕਿਸੇ ਨੂੰ ਹੂੰ, ਬਾਰ-ਬਾਰ ਲੱਗ ਜਾਵੇ, ਡਾਇਰੀਆ ਲੱਗ ਜਾਵੇ, ਤੇ ਸਾਡੇ ਪੇਟ ਵਿੱਚ ਜਿਹੜੀ ਗੰਦਗੀ ਹੈ, ਬੋਡੀ ਮਲ ਤਿਆਗ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਜ਼ੁਕਾਮ ਲੱਗ ਜੀ, ਜਾਵੇ, ਸਾਡੇ ਅੰਦਰ ਜਿਹੜਾ ਰੇਸ਼ਾ ਬਣਿਆ ਹੋਇਆ, ਉਹ ਰੇਸ਼ਾ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਤੋ ਇਸ ਸਮੇਂ ਸਾਨੂੰ ਆਪਣੀ ਜੀ, ਜੀ, ਬੋਡੀ ਨੂੰ ਸਪੋਰਟ ਕਰਨਾ ਚਾਹੀਦਾ ਹੈ ਸਫਾਈ ਦੇ ਵਿੱਚ, ਨਾ ਕਿ ਉਸਨੂੰ ਦਵਾਈ ਖਾ ਕੇ ਉਸੇ ਟਾਈਮ ਰੋਕ ਲੈਣਾ ਚਾਹੀਦਾ ਹੈ, ਕਿਉਂਕਿ ਰੇਸ਼ਾ ਤਾਂ ਬਾਹਰ ਨਿਕਲ ਰਿਹਾ ਸੀਗਾ। ਅਸੀਂ ਕਹਾਂਗੇ ਨਹੀਂ, ਆਪਾਂ ਦਵਾਈ ਹੂੰ, ਖਾ ਲੈਣੀ ਹੈ ਤੇ ਉਹਨੂੰ ਅੰਦਰ ਹੀ ਰੋਕ ਲੈਣਾ ਹੈ। ਸੋ ਜੇ ਉਹ ਗੰਦਗੀ ਅੰਦਰ ਹੀ ਇਕੱਠੀ ਹੋਏਗੀ ਤੇ ਅੱਗੇ ਜਾ ਕੇ ਹੋਰ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਸਕਦੀ ਹੈ। ਸੋ ਇੱਕ ਜ਼ੁਕਾਮ, ਬਿਲਕੁਲ, ਖਾਂਸੀ, ਬਿਲਕੁਲ, ਨਜ਼ਲਾ, ਇਹ ਹੂੰ। ਬਾਅਦ ਵਿੱਚ ਜਾ ਕੇ ਬ੍ਰੌਨਕਾਈਟਿਸ, ਅਸਥਮਾ ਦਾ ਰੂਪ ਵੀ ਧਾਰਨ ਕਰ ਸਕਦਾ ਹੈ, ਕਿ ਅਗਰ ਆਪਾਂ ਗੰਦਗੀ ਨੂੰ ਅੰਦਰ ਹੀ ਭਰ ਕੇ ਰੱਖੀਏ ਤਾਂ। ਬਿਲਕੁਲ ਡਾਕਟਰ ਸਾਹਿਬ, ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਹੈ ਜੀ, ਮੈਂ ਆਪਣੇ ਆਪਣੇ ਸਰੀਰ ਦੀ ਆਪਣੀ ਗੱਲ ਕਰ ਲਵਾਂ ਤੇ ਜਦੋਂ ਜ਼ੁਕਾਮ ਹੁੰਦਾ ਹੈ ਤਾਂ ਕਦੇ ਵੀ ਇਹ ਮਨ ਨਹੀਂ ਕਰਦਾ ਕਿ ਦਵਾਈ ਲਈਏ, ਕਿਉਂਕਿ ਇੱਕ ਦੋ ਵਾਰੀ ਇਦਾਂ ਦਾ ਐਕਸਪੀਰੀਅੰਸ ਹੋ ਚੁੱਕਿਆ, ਦਵਾਈ ਲਓ ਤੇ ਜਾਮ ਹੋ ਜਾਂਦਾ ਹੈ, ਫਿਰ ਸਿਰ ਇੱਕ ਤਰੀਕੇ ਦੇ ਨਾਲ ਜਕੜਿਆ ਜਾਂਦਾ ਹੈ। ਇਹ ਸ਼ਾਇਦ ਸਾਰਿਆਂ ਨੂੰ ਵੀ ਮਹਿਸੂਸ ਹੁੰਦਾ ਹੋਏਗਾ, ਵੱਡੇ ਵੀ ਸਾਡੇ ਘਰ ਦੇ ਵੀ ਕਹਿੰਦੇ ਨੇ ਕਿ ਜ਼ੁਕਾਮ ਹੋਵੇ ਤਾਂ ਦਵਾਈ ਨਹੀਂ ਲੈਣੀ, ਇਸ ਨੂੰ ਬਾਹਰ ਕੱਢਣਾ ਹੈ, ਇਹ ਗੰਦਗੀ ਹੈ। ਸੋ ਬੜੀ ਚੰਗੀ ਜਿਹੜੀ ਜਾਣਕਾਰੀ ਹੈਗੀ ਹੈ। ਤੇ ਡਾਕਟਰ ਸਾਹਿਬ, ਜਦੋਂ ਇਹ ਸਾਰੀਆਂ ਬੁਖਾਰ ਹੋਵੇ, ਚਾਹੇ ਜਿਹੜਾ ਹੈਗਾ
ਟੱਟੀਆਂ ਲੱਗਦੀਆਂ ਨੇ, ਲੂਜ਼ ਮੋਸ਼ਨ ਲੱਗਦੇ ਨੇ, ਇਹੋ ਜਿਹੀਆਂ ਜਦੋਂ ਸਮੱਸਿਆਵਾਂ ਆਉਂਦੀਆਂ ਨੇ ਸਰੀਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੱਕ ਕਮਜ਼ੋਰੀ ਮਹਿਸੂਸ ਹੁੰਦੀ ਹੈ ਸਰੀਰ ਨੂੰ। ਬੁਖਾਰ ਤੋਂ ਬਾਅਦ ਤਾਂ ਬਿਲਕੁਲ ਹੀ ਨਿਢਾਲ ਹੋ ਜਾਂਦਾ ਹੈ। ਉਸ ਤੋਂ ਬਾਅਦ ਫਿਰ ਆਪਾਂ ਨੂੰ ਕੀ ਡਾਈਟ ਹੈ ਜਿਹੜੀ ਉਹ ਲੈਣੀ ਚਾਹੀਦੀ ਹੈ, ਜਾਂ ਫਿਰ ਜਿਹੜਾ ਦੂਸਰਾ ਸਵਾਲ ਇਸ ਤੋਂ ਬਾਅਦ ਮੇਰਾ ਇਹ ਹੋਊਗਾ ਕਿ ਇਹਨਾਂ ਨੂੰ ਕੁਦਰਤੀ ਤਰੀਕੇ ਦੇ ਨਾਲ ਤੁਸੀਂ ਦੱਸ ਦਿੱਤਾ ਕਿ ਆਉਣ ਦੇਣਾ ਚਾਹੀਦਾ, ਪਰ ਫਿਰ ਵੀ ਕੁਛ ਨਾ ਕੁਛ ਤਾਂ ਕੁਦਰਤੀ ਤਰੀਕੇ ਦੇ ਨਾਲ ਇਲਾਜ ਹੋਊਗਾ ਜਿਹੜਾ ਆਪਾਂ ਕਰ ਸਕਦੇ ਹਾਂ। ਪਹਿਲਾਂ ਆਪਾਂ ਉਹ ਡਾਈਟ ਮੈਂ ਪੁੱਛਣਾ ਚਾਹਾਂਗੀ ਕਿ ਕਮਜ਼ੋਰੀ ਦੂਰ ਕਰਨ ਦੇ ਲਈ ਕੀ ਕੁਛ ਕਰਨਾ ਚਾਹੀਦਾ। ਹਾਂ, ਜਿਵੇਂ ਸਾਡੀ ਬੋਡੀ ਵਿੱਚ ਫੀਵਰ ਆਉਂਦਾ ਹੈ ਜਾਂ ਡਾਇਰੀਆ ਲੱਗਦਾ ਹੈ ਤੇ ਸਾਡੀ ਬੋਡੀ ਵਿੱਚੋਂ ਫਲੂਇਡ ਲਾਸ ਹੁੰਦਾ ਹੈ, ਮਿਨਰਲ ਲਾਸ ਹੁੰਦਾ ਹੈ, ਜਿਸ ਕਰਕੇ ਕਮਜ਼ੋਰੀ ਆ ਸਕਦੀ ਹੈ। ਐਂਡ ਸੈਕੰਡਲੀ, ਕਿਉਂਕਿ ਉਸ ਵੇਲੇ ਆਪਾਂ ਕੁਝ ਖਾ ਨਹੀਂ ਰਹੇ ਹਾਂ, ਤਾਂ ਨਾ ਖਾਣ ਕਰਕੇ ਮਤਲਬ, ਕਿਉਂਕਿ ਜਦ ਫੀਵਰ ਆਉਂਦਾ ਤੁਸੀਂ ਦੇਖੋ, ਜਦ ਵੀ ਫੀਵਰ ਆਉਂਦਾ ਹੈ ਤੇ ਸਾਡੇ ਨਾ ਟੇਸਟ ਬਰਡਸ ਚੇਂਜ ਹੋ ਜਾਂਦੇ ਨੇ। ਸਾਨੂੰ ਉਹੀ ਰੋਟੀ ਜਿਹੜੀ ਕੱਲ ਸਵਾਦ ਲੱਗ ਰਹੀ ਹੁੰਦੀ ਨੇ, ਉਸ ਫੀਵਰ ਵਾਲੇ ਦਿਨ ਸਵਾਦ ਨਹੀਂ ਲੱਗਦੀ, ਹੈ ਨਾ? ਤੁਸੀਂ ਦੇਖਿਆ ਇਸ ਤਰ੍ਹਾਂ? ਸਵਾਦ ਹੀ ਨਹੀਂ ਆਉਂਦਾ, ਕੋਈ ਸਵਾਦ ਹੀ ਬੇਸਵਾਦਾ ਹੁੰਦਾ ਸਾਰਾ ਕੁਝ। ਬਿਲਕੁਲ। ਸੋ ਸਾਡੀ ਬੋਡੀ ਸਾਨੂੰ ਇੰਡੀਕੇਟ ਕਰ ਰਹੀ ਹੈ ਕਿ ਹੁਣ ਅਸੀਂ ਅੰਦਰੋਂ ਸਫਾਈ ਕਰਨੀ ਸ਼ੁਰੂ ਕਰਨ ਲੱਗੇ ਆ, ਹੁਣ ਤੂੰ ਰੋਟੀ ਨਹੀਂ ਖਾਣੀ, ਹੁਣ ਤੂੰ ਸਾਨੂੰ ਸਫਾਈ ਕਰਨ ਦਾ ਟਾਈਮ ਦੇਣਾ ਹੈ। ਸੋ ਮੈਂ ਤੁਹਾਨੂੰ ਦੱਸਦਾ ਕਿ ਹੁੰਦਾ ਕੀ ਹੈ। ਜਿਸ ਵੇਲੇ ਸਾਨੂੰ ਫੀਵਰ ਆਂਦਾ ਹੈ, ਉਹ ਫੀਵਰ ਸਾਨੂੰ ਮਦਦ ਕਰ ਰਿਹਾ ਹੁੰਦਾ ਹੈ ਅੰਦਰੋਂ ਗੰਦਗੀ ਸਾਫ਼ ਕਰਨ ਦੀ। ਹੁਣ ਸਾਨੂੰ ਕਰਨਾ ਕੀ ਹੈ, ਉਸ ਫੀਵਰ ਨੂੰ ਸਪੋਰਟ ਕਰਨਾ ਹੈ। ਸਪੋਰਟ ਇਸ ਤਰ੍ਹਾਂ ਕਰਨਾ ਹੈ ਕਿ ਜਲਦੀ ਤੋਂ ਜਲਦੀ ਸਫਾਈ ਹੋ ਜਾਵੇ ਤੇ ਫੀਵਰ ਚਲੇ ਜਾਵੇ, ਫੀਵਰ ਕਰਕੇ ਜਿਹੜੀ ਕਮਜ਼ੋਰੀ ਆ ਰਹੀ ਸੀ ਉਹ ਵੀ ਚਲੀ ਜਾਵੇ। ਸੋ ਉਹਦੇ ਵਾਸਤੇ ਇੱਕ ਬਹੁਤ ਹੀ ਕਾਰਗਰ ਡਾਈਟ ਜਿਹੜੀ ਪਲਾਨ ਬਣਾਈ ਗਈ ਹੈ, ਇਹ ਬਹੁਤ ਸਾਰੇ ਆਯੁਰਵੇਦ ਔਰ ਨੈਚੁਰੋਪੈਥੀ ਦੇ ਸਪੈਸ਼ਲਿਸਟ ਨੇ ਮਿਲ ਕੇ ਡਾਈਟ ਬਣਾਈ ਸੀ, ਜਿਹਨੂੰ 3 ਸਟੈਪ ਫਲੂ ਡਾਈਟ ਕਿਹਾ ਜਾਂਦਾ ਹੈ। ਔਰ ਇਸ ਡਾਈਟ ਨਾਲ ਪਿਛਲੇ 3 ਸਾਲਾਂ ਵਿੱਚ 60,000 ਤੋਂ ਉੱਤੇ ਪੇਸ਼ੈਂਟਸ ਜਿਹੜੇ ਨੇ ਉਹ ਠੀਕ ਹੋਏ ਨੇ ਫਲੂ ਤੋਂ। ਔਰ ਇਹ ਬਹੁਤ ਵੱਡੀ ਕਾਮਯਾਬੀ ਸੀਗੀ ਸਾਡੀ ਟੀਮ ਵਾਸਤੇ, ਨੈਟਵਰਕ ਆਫ ਇਨਫਲੂਐਂਜ਼ਾ ਕੇਅਰ ਐਕਸਪਰਟਸ ਵਾਸਤੇ। तो मैं ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਡਾਈਟ ਕਿਸ ਪ੍ਰਕਾਰ ਹੈ, ਉਹਦਾ ਥੋੜਾ ਜਿਹਾ ਮੋਡੀਫਾਈਡ ਵਰਜ਼ਨ ਮੈਂ ਦੱਸਾਂਗਾ। ਸੋ ਇਹਦੇ ਵਿੱਚ ਕਰਨਾ ਕੀ ਹੈ, ਪਹਿਲੇ ਦਿਨ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਤੁਸੀਂ ਕੋਈ ਸੋਲਿਡ ਚੀਜ਼ ਨਹੀਂ ਖਾਣੀ, ਸਿਰਫ ਪੀਣਾ ਹੈ। ਔਰ ਕੀ ਪੀਣਾ ਹੈਗਾ? ਨਾਰੀਅਲ ਦਾ ਪਾਣੀ ਪੀਣਾ ਹੈਗਾ। ਔਰ ਕਿੰਨੇ ਗਲਾਸ ਪੀਣਾ ਹੈਗਾ? ਉਹ ਡਿਪੈਂਡ ਕਰੇਗਾ, ਹਰ 1.5 ਘੰਟੇ ਬਾਅਦ ਤੁਸੀਂ ਪੀਣਾ ਹੈ। ਯਾਨੀ ਮੰਨ ਲਓ ਪਹਿਲਾ ਨਾਰੀਅਲ ਪਾਣੀ ਦਾ ਗਲਾਸ ਤੁਸੀਂ 8 ਵਜੇ ਪੀਤਾ ਤੇ ਦੂਜਾ ਗਲਾਸ 9:30 ਵਜੇ ਪੀਓਗੇ, ਫਿਰ 11 ਵਜੇ, ਫਿਰ 12:30 ਵਜੇ। ਸੋ ਇਸ ਤਰ੍ਹਾਂ 8 ਵਜੇ ਤੋਂ ਲੈ ਕੇ ਇਸ ਤਰ੍ਹਾਂ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਤੁਸੀਂ ਸਿਰਫ ਨਾਰੀਅਲ ਪਾਣੀ ਪੀਣਾ ਹੈ ਜਾਂ ਫਿਰ ਸਾਧਾਰਨ ਪਾਣੀ ਪੀ ਸਕਦੇ ਹੋ। ਇਹ ਹੋ ਗਿਆ ਪਹਿਲੇ ਦਿਨ ਦੀ ਡਾਈਟ। ਜੀ ਬਿਲਕੁਲ ਬਿਲਕੁਲ। ਸੋ ਸੈਕੰਡ ਡੇ ਦੀ ਜਿਹੜੀ ਡਾਈਟ ਹੈ, ਉਹਦੇ ਵਿੱਚ ਕੀ ਕਰਨਾ ਹੈ, ਅਸੀਂ ਆਲਮੋਸਟ ਸਿਮਿਲਰ ਹੀ ਹੋਏਗਾ, ਥੋੜਾ ਜਿਹਾ ਚੇਂਜ ਹੈ ਇਹਦੇ ਵਿੱਚ। ਸੋ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਹਰ 2 ਘੰਟੇ ਬਾਅਦ ਨਾਰੀਅਲ ਦਾ ਪਾਣੀ ਪੀਣਾ ਹੈਗਾ। ਯਾਨੀ ਪਹਿਲਾ ਗਲਾਸ 8 ਵਜੇ ਹੋ ਗਿਆ, ਫਿਰ 10 ਵਜੇ ਹੋ ਗਿਆ, ਫਿਰ 12 ਵਜੇ ਹੋ ਗਿਆ, ਫਿਰ 2 ਵਜੇ ਹੋ ਗਿਆ। ਜੀ। ਫਿਰ 3 ਵਜੇ ਦੇ ਆਸ-ਪਾਸ ਅਸੀਂ ਹੁਣ ਕੁਝ ਖਾ ਸਕਦੇ ਹਾਂ, ਪਰ ਰੋਟੀ ਸਬਜ਼ੀ ਨਹੀਂ ਖਾਣੀ, ਦਾਲ ਚਾਵਲ ਨਹੀਂ ਖਾਣਾ, ਸਾਨੂੰ ਖੀਰੇ ਤੇ ਟਮਾਟਰ ਦਾ ਸਲਾਦ ਬਣਾ ਕੇ ਖਾਣਾ ਹੈ। ਠੀਕ ਹੈ। ਹਾਂ, ਇਹਦੀ ਕੁਆਂਟੀਟੀ ਜਿਹੜੀ ਹੈਗੀ ਉਹ ਹੋਏਗੀ 300 ਤੋਂ ਲੈ ਕੇ 400 ਗ੍ਰਾਮ ਤੱਕ। ਔਰ ਉਸ ਤੋਂ ਬਾਅਦ 1.5 ਘੰਟਾ ਠਹਿਰ ਕੇ, ਯਾਨੀ 4, 4:30, 5 ਵਜੇ ਫਿਰ ਆਪਾਂ ਨਾਰੀਅਲ ਪਾਣੀ ਪੀ ਸਕਦੇ ਹਾਂ। ਫਿਰ 2 ਘੰਟੇ ਬਾਅਦ ਨਾਰੀਅਲ ਪਾਣੀ ਪੀ ਸਕਦੇ ਹਾਂ। ਔਰ ਇਹੀ ਸਾਡਾ ਸੈਕੰਡ ਡੇ ਦਾ ਡਾਈਟ ਹੈਗਾ। ਇਸ ਤੋਂ ਬਾਅਦ ਆਪਾਂ ਆਈਏ ਥਰਡ ਡੇ। ਥਰਡ ਡੇ ਕੀ ਕਰਨਾ ਹੈ, ਦੁਪਹਿਰ ਦੇ 12 ਵਜੇ ਤੱਕ ਸਿਰਫ ਨਾਰੀਅਲ ਪਾਣੀ ਪੀਣਾ ਹੈ। ਯਾਨੀ ਜਿਵੇਂ 8 ਵਜੇ ਪੀ ਲਿਆ, ਫਿਰ ਉਸ ਤੋਂ ਬਾਅਦ 10 ਵਜੇ ਪੀ ਲਿਆ, ਫਿਰ 12 ਵਜੇ ਪੀ ਲਿਆ। ਹੁਣ 12 ਵਜੇ ਤੋਂ ਬਾਅਦ ਅਸੀਂ ਫਿਰ ਸਲਾਦ ਖਾ ਸਕਦੇ ਹਾਂ ਟਮਾਟਰ ਤੇ ਖੀਰੇ ਦਾ, 300 ਤੋਂ ਲੈ ਕੇ 400 ਗ੍ਰਾਮ ਤੱਕ। ਔਰ ਫਿਰ ਸ਼ਾਮ ਨੂੰ 1 ਗਲਾਸ ਨਾਰੀਅਲ ਪਾਣੀ ਪੀ ਸਕਦੇ ਹਾਂ। ਔਰ ਤੁਸੀਂ ਦੇਖੋਗੇ ਕਈ ਪੇਸ਼ੈਂਟਸ ਹੈਰਾਨ ਹੋ ਜਾਓਗੇ ਤੁਸੀਂ ਦੇਖ ਕੇ ਕਿ ਅਗਰ ਤੁਸੀਂ ਇੰਨਾ ਹੀ 2.5 ਦਿਨ ਤੱਕ ਕਰ ਲਿਆ, ਤੁਸੀਂ ਤੀਜੇ ਦਿਨ ਤੱਕ ਲਗਭਗ ਠੀਕ ਹੋ ਚੁੱਕੇ ਹੋਗੇ, ਤੁਹਾਡੀ ਬੋਡੀ ਦੀ ਕਮਜ਼ੋਰੀ ਵੀ ਜਾ ਚੁੱਕੀ ਹੋਗੀ। ਮੈਕਸਿਮਮ ਪੇਸ਼ੈਂਟਸ ਵਿੱਚ ਇਸ ਤਰ੍ਹਾਂ ਹੋ ਜਾਂਦਾ ਹੈ, ਪਰ ਅਗਰ ਕੋਈ ਬਹੁਤ ਸੀਵੀਅਰ ਪੇਸ਼ੈਂਟ ਹੋਵੇ, ਕੰਪਲਿਕੇਟਡ ਕੇਸ ਹੋਵੇ, ਤੇ ਉਹਨੂੰ ਥੋੜਾ ਟਾਈਮ ਹੋਰ ਲੱਗ ਜਾਂਦਾ ਹੈ। ਸੋ ਜੇ ਅਗਰ ਤੁਸੀਂ ਹੁਣ ਤੱਕ ਠੀਕ ਹੋ ਗਏ ਤੇ ਤੀਜੇ ਦਿਨ ਦੀ ਰਾਤ ਨੂੰ ਤੁਸੀਂ ਘਰ ਦਾ ਬਣਿਆ ਸ਼ੁੱਧ ਸ਼ਾਕਾਹਾਰੀ ਭੋਜਨ ਖਾ ਸਕਦੇ ਹੋ। ਜੀ ਡਾਕਟਰ ਸਾਹਿਬ, ਮਤਲਬ 3 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਕੁਦਰਤੀ ਤਰੀਕੇ ਦੇ ਨਾਲ ਘਰ ਦੇ ਵਿੱਚ ਬੈਠਿਆਂ ਬੁਖਾਰ ਵਰਗੀਆਂ ਸਮੱਸਿਆਵਾਂ ਠੀਕ ਹੋ ਸਕਦੀਆਂ ਨੇ ਤੇ ਤੁਸੀਂ ਤੰਦਰੁਸਤ ਹੋ ਸਕਦੇ ਹੋ। ਬਿਲਕੁਲ ਜੀ। ਸੋ ਡਾਕਟਰ ਸਾਹਿਬ, ਅੱਗੇ ਆਪਾਂ ਜੇ ਵਧੀਏ ਤਾਂ ਜਿਹੜਾ ਹੈਗਾ ਲਿਕੁਇਡ ਡਾਈਟ ਦੀ ਤੁਸੀਂ ਗੱਲ ਕੀਤੀ ਹੈ, ਜਿਹੜੀ ਲਿਕੁਇਡ ਡਾਈਟ ਇਹੀ ਤੁਸੀਂ ਨਾਰੀਅਲ ਪਾਣੀ ਹੀ ਪ੍ਰੈਫਰ ਕਰਦੇ ਹੋ? ਹਾਂਜੀ। ਸੋ ਲਿਕੁਇਡ ਡਾਈਟ ਦੇ ਪਿੱਛੇ ਸਾਇੰਸ ਕੀ ਹੈ? ਸਾਇੰਸ ਦੇ ਪਿੱਛੇ ਇਹ ਹੈ ਕਿ ਲੋਕੀ ਸੋਚ ਰਹੇ ਹੋਣਗੇ ਕਿ ਜੇ ਸਾਨੂੰ ਕਮਜ਼ੋਰੀ ਆਈ ਹੈ, ਬੁਖਾਰ ਆਇਆ ਹੈ, ਤੇ ਸਾਨੂੰ ਤਾਂ ਖਾਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਸਾਡੀ એનર્ਜੀ ਬਣੀ ਰਵੇ। ਤੁਸੀਂ ਦੇਖੋ ਅਕਸਰ ਬੱਚਿਆਂ ਨੂੰ ਭੁੱਖ ਨਹੀਂ ਲੱਗ ਰਹੀ ਹੁੰਦੀ, ਮਨ ਨਹੀਂ ਕਰ ਰਿਹਾ ਉਹਨਾਂ ਖਾਣ ਦਾ, ਲੇਕਿਨ ਮਾਂ ਕਹਿੰਦੀ ਹੈ ਕਿ ਨਹੀਂ ਬੇਟੇ ਖਾ ਲੈ ਨਹੀਂ ਤਾਂ ਕਮਜ਼ੋਰੀ ਆ ਜਾਏਗੀ, ਹੈ ਨਾ? ਜੀ। ਹਾਂ, ਲੇਕਿਨ ਹੁੰਦਾ ਕੀ ਹੈ ਕਿ ਜਿਸ ਵੇਲੇ ਸਾਡੀ ਬੋਡੀ ਨੇ ਖੁਦ ਹੀ ਇੰਡੀਕੇਸ਼ਨ ਦੇ ਦਿੱਤੀ ਕਿ ਹੁਣ ਮੈਨੂੰ
ਮਨ ਨਹੀਂ ਕਰ ਰਿਹਾ ਖਾਣ ਦਾ, ਇੱਛਾ ਨਹੀਂ ਹੈ, ਕਿਉਂ? ਕਿਉਂਕਿ ਅੰਦਰ ਸਫਾਈ ਚੱਲ ਰਹੀ ਹੈ। ਸੋ ਉਸ ਟਾਈਮ ਸਾਨੂੰ ਹੂੰ, ਨਾਰੀਅਲ ਪਾਣੀ ਵਰਗੀ ਚੀਜ਼ ਜਾਂ ਸੰਤਰੇ ਦੇ ਜੂਸ ਵਰਗੀ ਚੀਜ਼ ਦੇਣੀ ਹੈ, ਜੋ ਬੜੀ ਆਰਾਮ ਨਾਲ ਬॉडी ਡਾਈਜੈਸਟ ਵੀ ਕਰ ਲਵੇ, ਮਿਨਰਲਸ ਤੇ ਵਿਟਾਮਿਨਸ ਦੀ ਕਮੀ ਵੀ ਪੂਰੀ ਕਰ ਦੇਵੇ, ਤਾਂ ਕਿ ਕਮਜ਼ੋਰੀ ਵੀ ਨਾ ਜੀ, ਆਏ ਤੇ ਸਫਾਈ ਵੀ ਚਲਦੀ ਰਹੇ। ਸੋ ਕਿਸੇ ਜਗ੍ਹਾ ਤੇ ਅਗਰ ਨਾਰੀਅਲ ਪਾਣੀ ਨਹੀਂ ਮਿਲਦਾ ਹੈ ਤੇ ਉਸ ਟਾਈਮ ਤੁਸੀਂ ਸੰਤਰੇ ਦਾ ਜੂਸ ਲੈ ਸਕਦੇ ਹੋ, ਜਾਂ ਅਨਾਰ ਦਾ ਜੂਸ ਲੈ ਹੂੰ, ਸਕਦੇ ਹੋ, ਜਾਂ ਸਫੇਦ ਪੇਠੇ ਦਾ ਜੂਸ ਲੈ ਸਕਦੇ ਹੋ, ਜਾਂ ਸਿੰਪਲ ਕੋਸਾ ਪਾਣੀ ਵੀ ਪੀ ਸਕਦੇ ਹੋ। ਇਹ ਚੀਜ਼ਾਂ ਤਾਂ ਨੇ ਜੇ ਨਾਰੀਅਲ ਪਾਣੀ ਨਹੀਂ ਮਿਲਦਾ। ਇਹਦੇ ਪਿੱਛੇ ਦੀ ਨਹੀਂ ਸਾਇੰਸ ਮਿਲਦਾ, ਇਹ ਜੀ, ਹੈ ਕਿ ਹਾਂ, ਹੂੰ, ਕਿ ਸਾਡੀ ਬॉडी ਵਿੱਚ એનર્ਜੀ ਹੁੰਦੀ ਹੈ, ਪ੍ਰਾਣ ਸ਼ਕਤੀ ਹੁੰਦੀ ਹੈ। ਇਸ ਪ੍ਰਾਣ ਸ਼ਕਤੀ ਦੇ ਦੋ ਫੰਕਸ਼ਨ ਮੇਨ ਹੁੰਦੇ ਨੇ। ਪਹਿਲਾ ਹੁੰਦਾ ਹੈ ਭੋਜਨ ਨੂੰ ਹਜਮ ਕਰਨਾ, ਦੂਜਾ ਹੁੰਦਾ ਹੈ ਅੰਦਰ ਸਫਾਈ ਕਰਨਾ। ਸੋ ਜੇ ਇਹ ਪ੍ਰਾਣ ਸ਼ਕਤੀ ਹਜਮ ਕਰਨ ਵਿੱਚ ਲੱਗ ਜਾਵੇ ਭੋਜਨ ਨੂੰ, ਤੇ ਸਫਾਈ ਨਹੀਂ ਕਰ ਪਾਉਂਦੀ ਪ੍ਰੋਪਰਲੀ। ਸੋ ਜੇ ਆਪਾਂ 3 ਦਿਨ ਜੀ, ਵਾਸਤੇ ਇਹਨੂੰ ਹਜਮ ਕਰਨ ਤੋਂ ਹਟਾ ਕੇ ਸਫਾਈ ਵਿੱਚ ਹੀ ਲਾ ਦੇਣ, ਤੇ ਜਲਦੀ ਤੋਂ ਜਲਦੀ ਬੁਖਾਰ, ਖਾਂਸੀ, ਜ਼ੁਕਾਮ ਠੀਕ ਹੋ ਜਾਂਦਾ ਹੈ। ਲੇਕਿਨ ਅਗਰ ਅਸੀਂ ਨਾਰਮਲ ਖਾਣਾ ਪੀਣਾ ਖਾਂਦੇ ਰਹੀਏ, ਘਿਓ ਵਾਲੀ ਚੀਜ਼ਾਂ, ਦੁੱਧ ਵਾਲੀ ਚੀਜ਼ਾਂ, ਬਾਹਰ ਦੀਆਂ ਚੀਜ਼ਾਂ ਦੇ ਨਾਲ ਬੁਖਾਰ ਖਾਂਸੀ ਚੱਲ ਰਹੀ ਹੈ, ਦਵਾਈਆਂ ਵੀ ਖਾਂਦੇ ਰਹੀਏ, ਤੇ ਫਿਰ ਇਹ ਪ੍ਰੋਪਰਲੀ ਕभी ਹੂੰ, ਠੀਕ ਹੀ ਨਹੀਂ ਹੋ ਪਾਉਂਦਾ। ਅੰਦਰ ਕੁਛ ਨਾ ਕੁਛ ਕਮੀ, ਜੀ। ਗੰਦਗੀ ਰਹਿ ਜਾਂਦੀ। ਜੀ, ਜੀ, ਬਿਲਕੁਲ, ਬਿਲਕੁਲ ਡਾਕਟਰ ਸਾਹਿਬ। ਸੋ ਬਹੁਤ ਜਿਹੜੀ ਚੰਗੀ ਜਾਣਕਾਰੀ ਤੁਸੀਂ ਦੇ ਰਹੇ ਹੈਗੇ ਹੋ, ਤੇ ਇੱਕ ਹੋਰ ਜ਼ਰੂਰੀ ਕੁਐਸਚਨ ਮੈਂ ਪੁੱਛਣਾ ਚਾਹਾਂਗੀ ਕਿ ਤੁਸੀਂ ਕਹਿ ਰਹੇ ਹੋ ਕਿ ਆਰਾਮ ਦੇ ਨਾਲ ਘਰ ਦੇ ਵਿੱਚ ਆਪਾਂ ਨੂੰ ਇਲਾਜ ਕਰਨਾ ਚਾਹੀਦਾ ਹੈ, ਪਰ ਕਈ ਵਾਰੀ ਹੁੰਦਾ ਹੈ ਕਿ ਬੁਖਾਰ ਹੈ ਜਿਹੜਾ ਉਹ 102 ਡਿਗਰੀ ਤੋਂ ਵੀ ਉੱਪਰ ਚਲਾ ਜਾਵੇ ਟੈਂਪਰੇਚਰ, ਤਾਂ ਫਿਰ ਬੰਦੇ ਨੂੰ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਫਟਾਫਟ ਡਾਕਟਰ ਦੇ ਕੋਲ ਭੱਜਦੇ ਨੇ। ਖਾਸ ਕਰ ਜੋ ਛੋਟੇ ਬੱਚਿਆਂ ਨੂੰ ਬੁਖਾਰ ਹੁੰਦਾ ਹੈ, ਤਾਂ ਇਹ ਹੁੰਦਾ ਹੈ ਘਰਦਿਆਂ ਨੂੰ ਕਿ ਫਟਾਫਟ ਡਾਕਟਰ ਦੇ ਕੋਲ ਲੈ ਜਾਈਏ, ਕਿਤੇ ਕੋਈ ਹੋਰ ਸਮੱਸਿਆ ਨਾ ਹੋ ਜਾਏ। ਤੇ ਘਰ ਦੇ ਵਿੱਚ ਉਹ 102 ਡਿਗਰੀ ਨੂੰ ਆਪਾਂ ਕਿਵੇਂ ਬਰਦਾਸ਼ਤ ਕਰ ਸਕਦੇ ਹਾਂ, ਕਿ ਮਤਲਬ ਆਪਣੀ ਘਬਰਾਹਟ ਨੂੰ ਕਿਵੇਂ ਦੂਰ ਰੱਖ ਸਕਦੇ ਹਾਂ, ਕਿਉਂਕਿ ਅੱਧਾ ਤਾਂ ਬੰਦਾ ਸੋਚ-ਸੋਚ ਕੇ ਹੀ ਮੈਨੂੰ ਲੱਗਦਾ ਬਿਮਾਰ ਹੋ ਜਾਂਦਾ ਹੈ। ਹਾਂ, ਬਿਲਕੁਲ, ਬਿਲਕੁਲ। ਜਿਹੜੇ ਲੋਕੀ ਇਹ ਵੀਡੀਓ ਦੇਖ ਰਹੇ ਨੇ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਸ ਦਿਨ ਬੁਖਾਰ ਦਾ ਪਹਿਲਾ ਲੱਛਣ ਆਵੇ, ਬॉडी ਟੈਂਪਰੇਚਰ ਥੋੜਾ ਵੀ ਵਧਿਆ ਹੋਇਆ ਲਵੇ, ਉਸੀ ਦਿਨ ਤੋਂ ਤੁਸੀਂ ਇਹ ਜਿਹੜੀ ਡਾਈਟ ਹੁਣੇ ਦੱਸੀ ਗਈ ਹੈ, ਉਹ ਸ਼ੁਰੂ ਕਰ ਦਵੋ। ਜੇ ਤੁਸੀਂ ਉਸੀ ਟਾਈਮ ਸ਼ੁਰੂ ਹੂੰ, ਕਰ ਦੋਗੇ, ਤਾਂ ਤੁਸੀਂ ਦੇਖੋਗੇ ਕਿ ਦੂਜੇ, ਤੀਜੇ ਦਿਨ, ਚੌਥੇ ਦਿਨ ਤੱਕ ਫ਼ਰਕ ਪੈ ਜਾਏਗਾ ਤੇ ਜ਼ਿਆਦਾ ਟੈਂਪਰੇਚਰ ਵਧੇਗਾ ਵੀ ਨਹੀਂ। ਲੇਕਿਨ ਅਗਰ ਟੈਂਪਰੇਚਰ ਫਿਰ ਵੀ ਵੱਧਦਾ ਹੈ, ਤੇ ਡਿਸਕੰਫਰਟ ਵੀ ਆਉਂਦੀ ਹੈ, ਸਰੀਰ ਵੀ ਟੁੱਟਦਾ ਹੈ, ਬੜੀ ਦਿੱਕਤਾਂ ਆਉਂਦੀਆਂ ਨੇ। ਸੋ ਸਾਨੂੰ ਟੈਂਪਰੇਚਰ ਜੀ, ਮੈਨੇਜਮੈਂਟ ਕਰਨੀ ਪਏਗੀ, ਟੈਂਪਰੇਚਰ ਮੈਨੇਜਮੈਂਟ ਇਨ ਨੈਚੁਰਲ ਵੇਜ਼। ਦੇਖੋ, ਜੀ, ਸਾਇੰਟਿਫਿਕ ਸਟੱਡੀਜ਼ ਵਿੱਚ, ਮੈਡੀਕਲ ਲਿਟਰੇਚਰ ਵਿੱਚ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਐਵੀਡੈਂਸ ਨਹੀਂ ਹੈ ਕਿ ਅਗਰ ਟੈਂਪਰੇਚਰ ਹੂੰ, 104 ਤੋਂ ਥੱਲੇ ਰਹਿੰਦਾ ਹੈ ਤੇ ਕੋਈ ਨੁਕਸਾਨ ਹੁੰਦਾ ਹੈ। ਸੋ 104 ਤੱਕ ਜੀ, ਜਿਹੜਾ ਟੈਂਪਰੇਚਰ ਹੈਗਾ, ਉਹ ਐਕਸਟ੍ਰੀਮਲੀ ਡੇਂਜਰਸ ਨਹੀਂ ਹੈਗਾ। ਲੇਕਿਨ ਫਿਰ ਵੀ ਔਨ ਅ ਸੇਫ ਸਾਈਡ ਅਸੀਂ 102 ਨੂੰ ਮੰਨ ਕੇ ਚੱਲੀਏ ਕਿ ਅਸੀਂ ਆਪਣੇ ਟੈਂਪਰੇਚਰ ਨੂੰ 102 ਤੋਂ ਥੱਲੇ ਰੱਖਣਾ ਚਾਹੁੰਦੇ ਹਾਂ। ਸੋ 102 ਤੱਕ ਅਗਰ ਜੀ, ਟੈਂਪਰੇਚਰ ਜਾ ਰਿਹਾ ਹੈ, ਤੇ ਇਹ ਡਾਈਟ ਜਿਹੜੀ ਹੈਗੀ ਤੁਹਾਨੂੰ ਠੀਕ ਕਰ ਦੇਗੀ। ਲੇਕਿਨ ਅਗਰ ਇਹ 102 ਤੋਂ ਉੱਤੇ ਜਾ ਰਿਹਾ ਹੈ, 102 ਤੋਂ ਉੱਤੇ ਨਹੀਂ ਜਾ ਰਿਹਾ, ਤੇ ਡਾਈਟ ਠੀਕ ਕਰ ਦੇਗੀ। ਅਗਰ 102 ਤੋਂ ਉੱਤੇ ਥੋੜਾ ਜਾ ਰਿਹਾ ਹੈਗਾ, ਤੇ ਤੁਹਾਨੂੰ ਡਾਈਟ ਦੇ ਨਾਲ ਕੁਝ ਚੀਜ਼ਾਂ ਹੋਰ ਕਰਨੀਆਂ ਪੈਣਗੀਆਂ। ਉਹ ਚੀਜ਼ਾਂ ਹੋਰ ਕੀਆਂ ਨੇ? ਜੀ, ਉਹ ਹੈ ਠੰਡੀ ਪੱਟੀਆਂ, ਠੰਡੀ ਪੱਟੀਆਂ। ਜਿਵੇਂ ਹੀ ਟੈਂਪਰੇਚਰ 102 ਤੋਂ ਉੱਤੇ ਜਾਵੇ, ਡਾਈਟ ਦੇ ਨਾਲ-ਨਾਲ ਤੁਸੀਂ ਠੰਡੀਆਂ ਪੱਟੀਆਂ ਕਰਨੀ ਸ਼ੁਰੂ ਕਰ ਦਵੋ। 2-3 ਕੱਪੜੇ ਲਓ ਹੂੰ, ਕਾਟਨ ਦੇ, ਇੱਕ ਉਹਨੂੰ ਚੰਗੀ ਤਰ੍ਹਾਂ ਠੰਡੇ ਪਾਣੀ ਵਿੱਚ ਭਿਗੋ ਕੇ, ਚੰਗੀ ਤਰ੍ਹਾਂ ਨਿਚੋੜ ਕੇ, ਉਸ ਤੋਂ ਬਾਅਦ ਆਪਣੇ ਪੈਰਾਂ ਦੀ ਦੋਵੇਂ ਪਿੰਡਲੀਆਂ ਤੇ ਲਪੇਟ ਲਵੋ, ਕਾਫ ਮਸਲਸ ਤੇ ਲਪੇਟ ਲਵੋ। ਇਸ ਤੋਂ ਇਲਾਵਾ ਤੀਜੇ ਜੀ, ਕੱਪੜੇ ਨੂੰ ਆਪਣੇ ਕਮਰ ਦੇ, ਆਪਣੇ ਪੇਟ ਦੇ ਆਲੇ-ਦੁਆਲੇ ਲਪੇਟ ਲਓ। ਹੋਏਗਾ ਕਿ ਉਹ ਏਰੀਆ ਠੰਡਾ ਹੋਣਾ ਸ਼ੁਰੂ ਹੋ ਜਾਏਗਾ, ਜਿਹਦੇ ਨਾਲ ਬॉडी ਦਾ ਟੈਂਪਰੇਚਰ ਥੋੜਾ ਜਿਹਾ ਘਟ ਜਾਵੇਗਾ, ਔਰ 15-20 ਮਿੰਟ ਵਿੱਚ ਤੁਸੀਂ ਹੂੰ, ਦੇਖੋਗੇ ਟੈਂਪਰੇਚਰ ਡਾਊਨ ਹੋਣਾ ਸ਼ੁਰੂ ਹੋ ਜਾਏਗਾ। ਲੇਕਿਨ ਅਗਰ ਜਿਹੜਾ ਪੇਸ਼ੈਂਟ ਹੈ, ਉਹ ਅਗਰ ਉਹਨੂੰ ਕੰਬਣੀ ਛਿੜ ਜਾਵੇ, ਸ਼ਿਵਰਿੰਗ ਸ਼ੁਰੂ ਹੋ ਜਾਵੇ, ਤੇ ਹੂੰ, ਤੁਸੀਂ ਫਿਰ ਠੰਡੀ ਪੱਟੀਆਂ ਰੋਕ ਬਿਲਕੁਲ। ਦੇਣੀਆਂ ਨੇ, ਕਿਉਂਕਿ ਬॉडी ਦਾ ਸਿਗਨਲ ਆ ਗਿਆ ਹੈ ਕਿ ਅਸੀਂ ਆਪਣੇ ਆਪ ਨੂੰ ਗਰਮ ਰੱਖਣਾ ਚਾਹੁੰਦੇ ਹਾਂ, ਅਸੀਂ ਠੰਡਾ ਨਹੀਂ ਹੋਣਾ ਚਾਹੁੰਦੇ ਹਾਂ। ਸੋ ਅਸੀਂ ਬॉडी ਨੂੰ ਦੇਖ ਕੇ ਚੱਲ ਰਹੇ ਹਾਂ। ਜੀ, ਜੀ, ਬਿਲਕੁਲ, ਬਿਲਕੁਲ, ਉਹੀ ਮੈਂ ਸਵਾਲ ਮੇਰੇ ਮਨ 'ਚ ਆ ਰਿਹਾ ਸੀ ਕਿ ਜਿਹੜੇ ਪੇਸ਼ੈਂਟ ਕੰਬਣ ਲੱਗ ਜਾਂਦੇ ਨੇ, ਉਹ ਤਾਂ ਕਹਿੰਦੇ ਨੇ ਮੇਰੇ ਤੇ 1 ਨਹੀਂ, 2 ਨਹੀਂ, 3-4 ਰਜਾਈਆਂ ਸੁੱਟ ਦਿਓ, ਇਸ ਤਰ੍ਹਾਂ ਦੇ ਹਾਲਾਤ ਵੀ ਹੋ ਜਾਂਦੇ ਨੇ। ਸੋ ਉਸ ਪੇਸ਼ੈਂਟ ਨੂੰ ਆਪਾਂ ਪੱਟੀਆਂ ਨੇ ਜਿਹੜੀਆਂ ਠੰਡੇ ਪਾਣੀ ਦੀਆਂ, ਉਹ ਨਹੀਂ ਦੇਣੀਆਂ, ਬਹੁਤ ਧਿਆਨ ਰੱਖਣਾ। ਸੋ ਡਾਕਟਰ ਸਾਹਿਬ, ਜਿਹੜਾ ਇਹ ਇਲਾਜ ਹੈ, ਇਹ ਕੁਦਰਤੀ ਤਰੀਕੇ ਦਾ ਇਲਾਜ ਹੈ, ਤਾਂ ਕੀ ਜਿਹੜੇ ਆਲਰੇਡੀ ਪੇਸ਼ੈਂਟ ਨੇ, ਜਿਨ੍ਹਾਂ ਨੂੰ ਕੋਈ ਵੱਡੀਆਂ ਬਿਮਾਰੀਆਂ ਨੇ, ਖਾਸ ਤੌਰ ਤੇ ਜੇ ਕੋਈ ਸ਼ੂਗਰ ਦਾ ਪੇਸ਼ੈਂਟ ਹੈ, ਡਾਇਬਟੀਜ਼ ਦਾ ਪੇਸ਼ੈਂਟ ਹੈ, ਕੀ ਉਹਨਾਂ ਨੂੰ ਵੀ ਇਹੀ ਤਰੀਕਾ ਫੋਲੋ ਕਰਨਾ ਚਾਹੀਦਾ? ਉਹਨਾਂ ਤੇ ਵੀ ਅਸਰਦਾਰ ਸਾਬਤ ਹੋਊਗਾ? ਹਾਂ, ਹਾਂ। ਇੱਥੇ ਮੈਂ ਪਹਿਲਾਂ ਤਾਂ ਦੱਸਣਾ ਚਾਹੁੰਦਾ ਕਿ ਜੇ ਤੁਹਾਨੂੰ ਹੁਣੇ ਡਾਇਬੀਟੀਜ਼ ਹੈ, ਲੇਕਿਨ ਤੁਹਾਨੂੰ ਅਜੇ ਬੁਖਾਰ ਨਹੀਂ ਸ਼ੁਰੂ ਹੋਇਆ, ਤੇ ਸਾਡਾ ਖਾਲਿਸ ਟੀਵੀ ਤੇ ਪਿਛਲਾ ਪ੍ਰੋਗਰਾਮ ਹੋਇਆ ਸੀ ਡਾਇਬੀਟੀਜ਼ ਦੇ ਉੱਤੇ। ਤੁਸੀਂ ਉਹ ਪ੍ਰੋਗਰਾਮ ਹੁਣੇ ਇਸ ਵੀਡੀਓ ਤੋਂ ਬਾਅਦ ਦੇਖਣਾ, ਔਰ ਉਹਨੂੰ ਫੋਲੋ ਕਰਕੇ ਆਪਣੇ ਆਪ ਨੂੰ ਡਾਇਬੀਟੀਜ਼ ਤੋਂ ਮੁਕਤ ਕਰ ਲੈਣਾ, ਡਾਇਬੀਟੀਜ਼ ਨੂੰ ਠੀਕ ਕਰ ਲੈਣਾ। ਪਰ ਮੰਨ ਲਓ ਇਹ ਵੀਡੀਓ ਜੀ, ਤੁਹਾਨੂੰ ਮਿਲੀ ਹੀ ਤਦ, ਜਦ ਤੁਹਾਨੂੰ ਡਾਇਬੀਟੀਜ਼ ਹੈ ਤੇ ਨਾਲ ਹੀ ਬੁਖਾਰ ਵੀ ਆ ਗਿਆ ਹੈ, ਤਾਂ ਤੁਸੀਂ ਇਹ ਡਾਈਟ ਹੂੰ, ਫੋਲੋ ਕਰ ਸਕਦੇ ਹੋ। ਇਹਦੇ ਵਿੱਚ ਟੈਨਸ਼ਨ ਲੈਣ ਦੀ ਗੱਲ ਨਹੀਂ ਹੈਗੀ ਹੈ। ਆਪਣੇ ਸ਼ੂਗਰ ਰੀਡਿੰਗਸ ਨੂੰ ਬਸ ਮੋਨੀਟਰ ਕਰਦੇ ਰਹਿਣਾ ਹੈ, ਕਿੰਨੀ ਫਲਕਚੁਏਸ਼ਨ ਆ ਰਹੀ ਹੈ, ਔਰ ਆਪਣੇ ਡਾਕਟਰ ਦੇ ਨਾਲ ਜੀ,
ਟੱਚ ਵਿੱਚ ਰਹਿਣਾ ਹੈ ਤਾਂ ਕਿ ਉਹ ਤੁਹਾਡੀ ਮੈਡੀਸਿਨਸ ਨੂੰ ਐਡਜਸਟ ਕਰ ਸਕੇ ਅਕੋਰਡਿੰਗ ਟੂ ਯੋਰ ਸ਼ੂਗਰ ਲੈਵਲਸ। ਸੋ ਬਸ ਇਸੇ ਚੀਜ਼ ਦਾ ਧਿਆਨ ਰੱਖਣਾ ਹੈ ਤੇ ਜਦ ਤੁਸੀਂ ਠੀਕ ਹੋ ਜਾਓ ਉਸ ਤੋਂ ਬਾਅਦ ਤੁਸੀਂ ਸਾਡੀ ਜਿਹੜੀ ਡਾਈਟ ਹੈ ਡਾਇਬੀਟੀਜ਼ ਨੂੰ ਠੀਕ ਕਰਨ ਵਾਲੀ ਉਹ ਫੋਲੋ ਕਰਨਾ ਸ਼ੁਰੂ ਕਰ ਦਿਓ ਤਾਂ ਕਿ ਤੁਸੀਂ ਡਾਇਬੀਟੀਜ਼ ਮੁਕਤ ਵੀ ਹੋ ਜਾਓ। ਜੀ, ਜੀ, ਬਿਲਕੁਲ। ਸੋ ਡਾਕਟਰ ਸਾਹਿਬ ਇੱਕ ਬੜੇ ਤਰ੍ਹਾਂ ਦੇ ਮਤਲਬ ਕਾੜਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਜੇ ਤੁਹਾਨੂੰ ਬੁਖਾਰ ਹੋ ਗਿਆ ਜਾਂ ਫਿਰ ਖਾਸ ਤੌਰ ਤੇ ਜੇ ਖੰਘ ਹੋ ਗਈ, ਜ਼ੁਕਾਮ ਹੋ ਗਿਆ ਤਾਂ ਕਾੜਾ ਜਿਹੜਾ ਹੈਗਾ ਉਹਦੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਕਾੜਾ ਪੀਓ, ਕਾੜਾ ਪੀਓ। ਕਾੜੇ ਵੱਖ-ਵੱਖ ਤਰ੍ਹਾਂ ਦੇ ਹੁੰਦੇ ਨੇ ਜਾਂ ਫਿਰ ਤੁਸੀਂ ਕੋਈ ਸੁਜੈਸਟ ਕਰਦੇ ਹੋ, ਤੁਸੀਂ ਕੋਈ ਸਲਾਹ ਦਿੰਦੇ ਹੋ ਕਿ ਇਹ ਕਾੜਾ ਜਿਹੜਾ ਉਹ ਅਸਰਦਾਰ ਹੋ ਸਕਦਾ ਹੈ, ਲੈਣਾ ਵੀ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਗਰਮੀਆਂ ਵਿੱਚ ਜਾਂ ਸਰਦੀਆਂ ਵਿੱਚ? ਬਹੁਤ ਸਾਰੇ ਸਵਾਲ ਨੇ ਕਾੜੇ ਨੂੰ ਲੈ ਕੇ। ਹਾਂ, ਕਾੜੇ ਨੂੰ ਲੈ ਕੇ ਬੜੇ ਸਾਰੇ ਸਵਾਲ ਹੁੰਦੇ ਨੇ ਕਿਉਂਕਿ ਦੇਖੋ ਆਯੁਰਵੈਦਿਕ ਜੜੀ ਬੂਟੀਆਂ ਹੁੰਦੀਆਂ ਨੇ ਉਹ ਬਹੁਤ ਬੈਨੀਫੀਸ਼ੀਅਲ ਤਾਂ ਹੁੰਦੀਆਂ ਨੇ ਪਰ ਕਈ ਵਾਰੀ ਕੀ ਹੁੰਦਾ ਹੈ ਉਹਨਾਂ ਦਾ ਜਿਹੜੀ ਤਸੀਰ ਹੁੰਦੀ ਹੈ ਉਹ ਕਈ ਵਾਰ ਗਰਮ ਹੁੰਦੀ ਹੈ ਤਾਂ ਕਾੜੇ ਲੋਕੀ ਕਈ ਵਾਰ ਜੀ, ਜ਼ਿਆਦਾ ਪਾ ਕੇ ਤੇ ਬਹੁਤ ਹਾਈ ਕੁਆਂਟੀਟੀ ਵਿੱਚ ਬਣਾ ਕੇ ਤੇ ਬਾਰ-ਬਾਰ ਪੀ ਲੈਂਦੇ ਆ ਤੇ ਫਿਰ ਸਾੜਾ ਪੈ ਜਾਂਦਾ ਅੰਦਰ ਗਰਮੀ ਵੀ ਲੱਗਣੀ ਕਈ ਵਾਰੀ ਸ਼ੁਰੂ ਹੋ ਜਾਂਦੀ ਹੈ। ਹੂੰ, ਸੋ ਮੈਂ ਇਹ ਕਹਿਣਾ ਚਾਹੁੰਦਾ ਜੀ, ਆ ਜੀ, ਕਿ ਜਿਹੜੀ ਉੱਪਰ ਆਪਾਂ ਹੁਣੇ ਆਪਾਂ ਡਾਈਟ ਬਾਰੇ ਗੱਲ ਕੀਤੀ ਇਹ ਬਹੁਤ ਸਿੰਪਲ ਡਾਈਟ ਹੈਗੀ ਤੇ ਇਹਨੂੰ ਫੋਲੋ ਕਰਕੇ ਤੁਸੀਂ ਆਪਣੇ ਬੁਖਾਰ ਨੂੰ ਬੜੀ ਆਰਾਮ ਨਾਲ ਠੀਕ ਕਰ ਸਕਦੇ ਹੋ। ਹਾਂ ਲੇਕਿਨ ਅਗਰ ਠੀਕ ਮੰਨ ਹੈ। ਲਓ ਬੁਖਾਰ ਜ਼ਿਆਦਾ ਜਾ ਰਿਹਾ ਹੈ ਜਾਂ ਖਾਂਸੀ ਜ਼ੁਕਾਮ ਹੋ ਗਈ ਹੈ ਤੇ ਰੇਸ਼ਾ ਭਰਿਆ ਹੋਇਆ ਹੈ ਤਾਂ ਤੁਹਾਡੀ ਬੋਡੀ ਨੂੰ ਥੋੜੀ ਗਰਮਾਇਸ਼ ਦੀ ਵੀ ਲੋੜ ਹੈ। ਸੋ ਉਸ ਕੇਸ ਵਿੱਚ ਤੁਸੀਂ ਦਿਨ ਵਿੱਚ 2 ਵਾਰੀ ਡਾਈਟ ਦੇ ਇਲਾਵਾ ਦਿਨ ਵਿੱਚ 2 ਵਾਰੀ ਸਵੇਰੇ ਸ਼ਾਮ 1-1 ਕੱਪ ਕਾੜਾ ਵੀ ਪੀ ਸਕਦੇ ਹੋ। ਔਰ ਕਾੜਾ ਕਿਸ ਚੀਜ਼ ਦਾ ਹੋਣਾ ਜੀ, ਚਾਹੀਦਾ ਹੈ ਉਹੀ ਸਾਡੀ ਜਿਹੜੀ ਜੜੀ ਹੂੰ, ਬੂਟੀਆਂ ਨੇ ਜਿਵੇਂ ਅਦਰਕ ਹੋ ਗਈ, ਤੁਲਸੀ ਹੋ ਗਿਆ, ਗਿਲੋਏ ਹੋ ਗਿਆ, ਕਾਲੀ ਮਿਰਚ, ਲੌਂਗ, ਹਲਦੀ ਇਹ ਸਾਰੀ ਚੀਜ਼ਾਂ ਲੈ ਕੇ ਤੁਸੀਂ ਆਪਣਾ ਕਾੜਾ ਬਣਾ ਕੇ ਇਹਨੂੰ ਦਿਨ ਵਿੱਚ 1-1 ਕੱਪ ਦੋਵੇਂ ਸਵੇਰੇ ਸ਼ਾਮ ਪੀ ਸਕਦੇ ਹੋ ਤੁਹਾਨੂੰ ਫਾਇਦਾ ਹੀ ਕਰੇਗਾ। ਜੀ ਡਾਕਟਰ ਸਾਹਿਬ ਮੈਂ ਥੋੜੀ ਜਿਹੀ ਤਕਲੀਫ ਹੋਰ ਦੇਵਾਂਗੀ ਤੁਹਾਨੂੰ ਕਿ ਕਾੜੇ ਦੇ ਤੁਸੀਂ ਇਹ ਜਿਹੜੇ ਹੈਗੇ ਨੇ ਕੁਦਰਤੀ ਜਿਹੜੀਆਂ ਚੀਜ਼ਾਂ ਨੇ ਦੱਸੀਆਂ ਨੇ ਕਿ ਇਹਨਾਂ ਦਾ ਕਾੜਾ ਆਪਾਂ ਬਣਾ ਸਕਦੇ ਹਾਂ, ਇਹਨੂੰ ਬਣਾਉਣ ਦੀ ਵੀ ਵਿਧੀ ਦੱਸ ਸਕਦੇ ਹੋ ਤੁਸੀਂ 1 ਮਿੰਟ ਦੇ ਵਿੱਚ? ਕਈਆਂ ਨੂੰ ਨਹੀਂ ਪਤਾ ਹੁੰਦਾ। ਹਾਂ, ਬਣਾਉਣ ਦੀ ਵਿਧੀ ਇਸ ਪ੍ਰਕਾਰ ਹੁੰਦੀ ਹੈ ਕਿ ਛੋਟਾ ਟੁਕੜਾ ਅਦਰਕ ਦਾ ਲਿਆ, ਉਹਦੇ ਵਿੱਚ 8 ਤੋਂ 10 ਪੱਤੇ ਤੁਲਸੀ ਦੇ ਲਏ, 3-4 ਕਾਲੀ ਮਿਰਚਾਂ ਲਈਆਂ। ਸੋ ਇਸ ਪ੍ਰਕਾਰ ਤੁਸੀਂ ਆਪਣੇ ਇੱਕ ਅੱਧਾ ਚਮਚ, 1 ਚਮਚ ਹਲਦੀ ਦਾ ਲਿਆ, ਉਹਨੂੰ ਇੱਕ ਅੱਧੇ ਲੀਟਰ ਪਾਣੀ ਵਿੱਚ ਪਾ ਕੇ ਉਹਨੂੰ ਬੋਇਲ ਤੇ ਲਾਤਾ। ਜਦੋਂ ਪਾਣੀ ਅੱਧਾ ਰਹਿ ਗਿਆ ਤੇ ਉਹਨੂੰ ਕੱਪ ਵਿੱਚ ਟ੍ਰਾਂਸਫਰ ਕਰਕੇ ਸਿਪ ਕਰਕੇ ਪੀ ਲਿਆ। ਸਿਪ ਕਰਕੇ ਇਸ ਕਰਕੇ ਪੀਣਾ ਹੈ ਔਰ ਤਾਂ ਪੀਣਾ ਹੈ ਜਦੋਂ ਗਰਮ ਹੋਵੇ ਕਿਉਂਕਿ ਜਿਸ ਵੇਲੇ ਗਰਮ ਹੋਏਗਾ ਤੇ ਉਹਦੀ ਗਰਮਾਇਸ਼ ਜਿਹੜੀ ਹੈਗੀ ਉਹ ਤੁਹਾਡਾ ਰੇਸ਼ਾ ਜਿਹੜਾ ਹੈ ਉਹਨੂੰ ਪਿਘਲਾਉਣ ਵਿੱਚ ਵੀ ਹੈਲਪ ਕਰੇਗਾ ਔਰ ਸਿਪ करके इस करके पीना है क्योंकि लग के ਜਦੋਂ ਅੰਦਰ ਜਾਏਗਾ ਤਾਂ ਜ਼ਿਆਦਾ ਬੈਨੀਫਿਟ ਕਰੇਗਾ ਇਨਸਟੈਡ ਆਫ ਕਿ ਗਟਕ ਹੂੰ, ਕੇ। ਔਰ ਇਹੀ ਗੱਲ ਮੈਂ ਪੁਆਇੰਟ ਜੀ, ਦੁਬਾਰਾ ਦੱਸਣਾ ਚਾਹੁੰਦਾ ਕਿ ਜਿਹੜੀ ਨਾਰੀਅਲ ਪਾਣੀ ਵਾਲੀ ਡਾਈਟ ਅਸੀਂ ਦੱਸੀ ਹੈ ਉਹਦੇ ਵਿੱਚ ਵੀ ਨਾਰੀਅਲ ਪਾਣੀ ਨੂੰ ਗਟਕਣਾ ਨਹੀਂ ਹੈ, ਨਾਰੀਅਲ ਪਾਣੀ ਨੂੰ ਆਰਾਮ ਨਾਲ ਹੂੰ, ਸਿਪ ਕਰਕੇ ਪੀਣਾ ਹੈਗਾ ਟਾਈਮ ਲਗਾ ਕੇ। ਜੀ, ਜੀ। ਸੋ ਡਾਕਟਰ ਸਾਹਿਬ ਇਹਦੇ ਪਿੱਛੇ ਕੀ ਸਾਇੰਸ ਹੈ ਕਿ ਅਸੀਂ ਕਈ ਵਾਰੀ ਹੁੰਦਾ ਕਿ ਬਹੁਤ ਜ਼ਿਆਦਾ ਕਾਹਲੀ ਦੇ ਵਿੱਚ ਆਮ ਤੌਰ ਤੇ ਵੀ ਆਪਾਂ ਪਾਣੀ ਪੀਣਾ ਹੁੰਦਾ ਤਾਂ ਫਟਾਫਟ ਗਟ ਕਰਕੇ ਪਾਣੀ ਪੀ ਜਾਂਦੇ ਆ, ਲੱਸੀ ਪੀਣੀ ਹੈ, ਦੁੱਧ ਪੀਣਾ ਹੈ। ਕੰਪੀਟੀਸ਼ਨ ਵੀ ਹੁੰਦੇ ਨੇ ਘਰਾਂ ਦੇ ਵਿੱਚ ਕਿ ਹਾਂਜੀ ਦੱਸੋ ਪਹਿਲਾਂ ਕਿਹੜਾ ਦੁੱਧ ਪੀਊਗਾ। ਸੋ ਜਿਹੜਾ ਹੈਗਾ ਇਹ ਮਤਲਬ ਸਿਪ ਕਰਕੇ ਪੀਣ ਦੇ ਪਿੱਛੇ ਕੀ ਸਾਇੰਸ ਹੈ ਕਿ ਹਰੇਕ ਚੀਜ਼ ਇਸ ਤਰ੍ਹਾਂ ਪੀਣੀ ਚਾਹੀਦੀ ਹੈ? हाँ, ज़्यादातर चीज़ां इਸੇ ਪ੍ਰਕਾਰ ਪੀਣੀਆਂ ਚਾਹੀਦੀਆਂ ਨੇ ਚਾਹੇ ਪਾਣੀ ਦੀ ਗੱਲ ਹੋਵੇ, ਚਾਹੇ ਕੋਈ ਜੂਸ ਦੀ ਗੱਲ ਹੋਵੇ, ਕੋਈ ਸਮੂਦੀ ਦੀ ਗੱਲ ਹੋਵੇ। ਉਹਦਾ ਕਾਰਨ ਇਹ ਹੈ ਕਿ ਦੇਖੋ ਜਿਸ ਵੇਲੇ ਮੰਨ ਲਓ ਆਪਾਂ ਖੀਰੇ ਦਾ ਜੂਸ ਬਣਾਇਆ ਮੰਨ ਲਓ, ਹੈਨਾ? ਸੋ ਜੇ ਆਪਾਂ ਖੀਰੇ ਨੂੰ ਖਾਣਾ ਸੀਗਾ ਉਸਨੂੰ ਆਪਾਂ ਚਬਾਂਦੇ, ਜੇ ਆਪਾਂ ਚਬਾਂਦੇ ਤੇ ਉਹਦੇ ਸਾਡੇ ਮੂੰਹ ਵਿੱਚ ਨਾ ਸੈਲਿਵਰੀ ਗਲੈਂਡਸ ਨੇ ਜਿਹਦੇ ਵਿੱਚੋਂ ਸਲਾਈਵਾ ਨਿਕਲਦਾ, ਜੀ, ਥੁੱਕ ਨਿਕਲਦੀ ਹੈ। ਇਹ ਜਿਹੜੀ ਥੁੱਕ ਹੁੰਦੀ ਹੈ, ਜੀ, ਸਲਾਈਵਾ ਹੁੰਦੀ ਹੈ, ਇਹ ਸਾਡੀ ਡਾਈਜੈਸਟਿਵ ਸਿਸਟਮ ਦਾ ਇੱਕ ਪਾਰਟ ਹੈ। ਸਾਨੂੰ ਹੈਲਪ ਕਰਦਾ ਹੈ ਖਾਣੇ ਨੂੰ ਚੰਗੀ ਤਰ੍ਹਾਂ ਪਚਾਉਣ ਵਾਸਤੇ ਤੇ ਆਪਣੇ ਆਪ ਵਿੱਚ ਵੀ ਇਹ ਇੱਕ ਗੁਣਕਾਰੀ ਪਦਾਰਥ ਹੁੰਦਾ ਹੈ। ਜਦ ਆਪਾਂ ਇਹਨੂੰ ਚਬਾਉਂਦੇ ਜੀ, ਹਾਂ ਤੇ ਇਹ ਸਾਡੇ ਭੋਜਨ ਦੇ ਨਾਲ ਅੰਦਰ ਜਾਂਦਾ ਹੈ ਤੇ ਸਾਡੇ ਅੰਦਰ ਜਾ ਕੇ ਸਾਨੂੰ ਫਾਇਦਾ ਕਰਦਾ ਹੈ, ਸਾਨੂੰ ਪਚਾਉਣ ਵਿੱਚ ਹੈਲਪ ਕਰਦਾ ਹੈ। ਸੋ ਜਦ ਆਪਾਂ ਹੂੰ, ਗਟ ਕਰਕੇ ਪੀ ਜਾਂਦੇ ਆ ਤੇ ਸਾਨੂੰ ਉਹ ਵਾਲੀ ਚੀਜ਼ ਨਹੀਂ ਮਿਲਦੀ। ਸੋ ਜੇ ਆਪਾਂ ਉਹਨੂੰ ਮੂੰਹ ਵਿੱਚ ਰੱਖ ਕੇ ਮੰਨ ਲਓ ਆਪਾਂ 1 ਘੁੱਟ ਭਰਿਆ ਨਾਰੀਅਲ ਪਾਣੀ ਦਾ ਤੇ ਉਹਨੂੰ ਮੂੰਹ ਵਿੱਚ ਜੀ। ਏਦਾਂ ਦਾ ਘੁਮਾਇਆ ਤੇ ਉਹ ਸਾਡਾ ਉਹਦੇ ਵਿੱਚ ਲੱਗ ਕੇ ਅੰਦਰ ਜਾਏਗਾ, ਜ਼ਿਆਦਾ ਬੈਨੀਫਿਟ ਕਰੇਗਾ, ਜ਼ਿਆਦਾ ਫਾਇਦਾ ਕਰੇਗਾ। ਜੀ, ਜੀ, ਬਿਲਕੁਲ। ਸੋ ਡਾਕਟਰ ਸਾਹਿਬ ਬੁਖਾਰ ਨੂੰ ਲੈ ਕੇ ਇੱਕ ਹੋਰ ਸਵਾਲ ਮਨ ਦੇ ਵਿੱਚ ਆ ਰਿਹਾ ਕਿ ਕਈ ਵਾਰੀ ਸਾਰੇ ਸਵਾਲ ਵੈਸੇ ਤਾਂ ਆਪਾਂ ਪੁੱਛ ਲਏ ਪਰ ਇੱਕ ਰਹਿ ਗਿਆ ਕਿ ਕਈਆਂ ਨੂੰ ਬੁਖਾਰ ਦੇ ਵਿੱਚ ਬਹੁਤ ਜ਼ਿਆਦਾ ਬਾਡੀ ਪੇਨ ਹੁੰਦੀ ਹੈ, ਸਰੀਰ ਬਹੁਤ ਹੀ ਦੁਖਦਾ ਹੁੰਦਾ ਹੈ ਤੇ ਉਹ ਕਈ ਵਾਰੀ ਤਾਂ ਬਰਦਾਸ਼ਤ ਤੋਂ ਬਾਹਰ ਹੁੰਦਾ ਹੈ, ਨਾ ਬੰਦਾ ਪੈ ਸਕਦਾ ਹੈ, ਨਾ ਬਹਿ ਸਕਦਾ ਹੈ, ਨਾ ਤੁਰ ਸਕਦਾ ਹੈ। ਉਹਨੂੰ ਹੁੰਦਾ ਕਿ ਮੈਨੂੰ ਕੁਛ ਨਾ ਕੁਛ ਇਹੋ ਜਿਹਾ ਮਿਲੇ ਕਿ ਮੈਂ ਇੱਕਦਮ ਮੇਰਾ ਪੇਨ ਠੀਕ ਹੋ ਜੇ। ਉਹਦੇ ਲਈ ਕੀ ਕਰਨਾ ਚਾਹੀਦਾ ਉਹ ਦਰਦ ਨੂੰ ਘਟਾਉਣ ਦੇ ਲਈ? ਹਾਂ, ਇੱਥੇ ਮੈਂ ਇੱਕ ਗੱਲ ਖਾਸ ਕਹਿਣਾ ਚਾਹੁੰਦਾ ਆ ਕਿ ਦੇਖੋ ਅਸੀਂ ਹਰ ਰੋਜ਼ ਭੱਜ ਦੌੜ ਕਰਦੇ ਹਾਂ, ਕੰਮ ਤੇ ਜਾਂਦੇ ਹਾਂ, ਸਾਰੇ ਦੁਨੀਆ ਭਰ ਦੇ ਕੰਮ ਕਰਦੇ ਹਾਂ। ਸਾਡੀ ਆਪਣੀ ਬੋਡੀ ਨੂੰ ਹੂੰ, ਕਿੰਨਾ ਟਾਈਮ ਦਿੰਦੇ ਆ। ਸੋ ਸਾਲ ਵਿੱਚ ਸਾਨੂੰ ਬੁਖਾਰ ਇੱਕ ਵਾਰੀ ਹੋ ਜਾਵੇ ਤੇ ਸਾਨੂੰ 3-4 ਦਿਨ ਵਾਸਤੇ ਰੈਸਟ ਕਰਨਾ ਚਾਹੀਦਾ ਹੈ। ਸਾਨੂੰ ਉਸ ਟਾਈਮ ਵੀ ਭੱਜ ਦੌੜ ਵਿੱਚ ਨਹੀਂ ਲੱਗਣਾ ਚਾਹੀਦਾ ਹੈਗਾ ਕਿਉਂਕਿ ਅਗਰ ਆਪਾਂ ਭੱਜ ਦੌੜ ਕਰਾਂਗੇ ਤੇ ਬੋਡੀ ਨੂੰ ਓਨਾ ਰੈਸਟ ਹੂੰ, ਨਹੀਂ ਮਿਲੇਗਾ ਅੰਦਰੋਂ ਤੇ ਉਹ ਸਫਾਈ ਕਰਨ ਵਿੱਚ ਟਾਈਮ ਜ਼ਿਆਦਾ ਲਗਾਏਗੀ। ਸੋ 2-3 ਦਿਨ ਆਪਾਂ ਜੀ, ਟਿਕ ਕੇ ਰੈਸਟ ਕਰ ਲਈਏ
ਤੇ ਫਾਇਦਾ ਜ਼ਿਆਦਾ ਹੁੰਦਾ ਹੈ। ਸੋ ਉਹਦੇ ਵਾਸਤੇ ਡਾਈਟ ਬੜੀ ਕਾਰਗਰ ਹੈ। ਲੇਕਿਨ ਅਗਰ ਬੋਡੀ ਪੇਨ ਬੋਡੀ ਵਿੱਚ ਜ਼ਿਆਦਾ ਹੋ ਜਾਵੇ, ਮਤਲਬ ਸਰੀਰ ਦੁਖਣਾ ਹੋ ਜਾਵੇ, ਇਸ ਪ੍ਰਕਾਰ ਚੀਜ਼ਾਂ ਹੋ ਜਾਣ, ਤਾਂ ਤੁਸੀਂ ਇੱਕ ਜੀ। ਲੋਅਰ ਲੈਗ ਹੌਟ ਵਾਟਰ ਇਮਰਸ਼ਨ ਕਰ ਸਕਦੇ ਹੋ। ਲੋਅਰ ਲੈਗ ਹੂੰ, ਹੌਟ ਵਾਟਰ ਇਮਰਸ਼ਨ ਕੀ ਹੁੰਦਾ ਹੈ? ਤੁਸੀਂ ਆਪਣੇ ਦੋਵਾਂ ਪੈਰਾਂ ਨੂੰ ਗੋਡਿਆਂ ਤੱਕ ਇੱਕ ਗਰਮ-ਗਰਮ ਪਾਣੀ ਦੀ ਬਾਲਟੀ ਵਿੱਚ ਪਾ ਕੇ 15-20 ਮਿੰਟ ਬੈਠਣਾ ਹੈਗਾ। ਜੇ ਤੁਸੀਂ 15-20 ਮਿੰਟ ਠੀਕ ਹੈ। ਗਰਮ-ਗਰਮ ਪਾਣੀ ਦੀ ਬਾਲਟੀ ਵਿੱਚ ਦੋਵੇਂ ਪੈਰ ਪਾ ਲਓਗੇ, ਤੇ ਤੁਹਾਡੀ ਬੋਡੀ ਦਾ ਜਿਹੜਾ ਹੌਟ ਵਾਟਰ ਥੱਲੋਂ ਜਾ ਰਿਹਾ ਹੈ, ਉਹ ਬੋਡੀ ਨੂੰ ਅੰਦਰੋਂ ਰਿਲੈਕਸ ਕਰਨਾ ਸ਼ੁਰੂ ਕਰੇਗਾ। ਤੁਹਾਡਾ ਅਗਰ ਬਲੱਡ ਪ੍ਰੈਸ਼ਰ ਜੀ। ਵਧਿਆ ਹੋਇਆ ਹੈ, ਉਹਨੂੰ ਵੀ ਕੰਟਰੋਲ ਕਰਨ ਵਿੱਚ ਹੈਲਪ ਕਰੇਗਾ। ਤੁਸੀਂ ਦੇਖੋਗੇ ਤੁਹਾਡੀ ਬੋਡੀ ਰਿਲੈਕਸ ਹੋ ਜਾਏਗੀ, ਕਾਫ਼ੀ ਹੱਦ ਤੱਕ ਪੇਨ ਵਿੱਚ ਤੁਹਾਨੂੰ ਆਰਾਮ ਮਿਲੇਗਾ। ਜੀ, ਜੀ, ਜੀ। ਸੋ ਡਾਕਟਰ ਸਾਹਿਬ ਅੱਛਾ, ਇੱਕ ਸਰੀਰ ਦੇ ਵਿੱਚ ਪਲੇਟਲੈਟਸ ਦੀ ਕਮੀ ਹੋ ਜਾਂਦੀ ਹੈ, ਖਾਸ ਕਰਕੇ ਜੋ ਡੇਂਗੂ ਫੀਵਰ ਹੁੰਦਾ ਹੈ, ਤਾਂ ਉਹਨਾਂ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ ਘਰ ਦੀ ਡਾਈਟ ਦੇ ਨਾਲ, ਦੇਸੀ ਖੁਰਾਕ ਦੇ ਨਾਲ? ਹਾਂ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਇਸ ਦੇ ਪਿੱਛੇ ਕਾਫ਼ੀ ਲੋਕਾਂ ਨੂੰ ਪਰੇਸ਼ਾਨੀ ਉਠਾਉਣੀ ਪੈਂਦੀ ਹੈ ਡੇਂਗੂ ਦੇ ਵਿੱਚ। ਸੋ ਜਿਹੜੀ ਡਾਈਟ ਅਸੀਂ ਹੂੰ, ਦੱਸੀ ਹੈ, ਉਹ ਡੇਂਗੂ ਪੇਸ਼ੈਂਟਸ ਤੇ ਵੀ ਕੰਮ ਕਰੇਗੀ, ਲੇਕਿਨ ਨਾਲ-ਨਾਲ ਅਗਰ ਪਲੇਟਲੈਟਸ ਘਟੇ ਹੋਏ ਨੇ, ਪਰੇਸ਼ਾਨੀ ਜ਼ਿਆਦਾ ਹੈ, ਸੋ ਇੱਕ ਫਾਰਮੂਲਾ ਜਿਹੜਾ ਹੈ ਆਯੁਰਵੈਦਿਕ ਫਾਰਮੂਲਾ, ਅਸੀਂ ਸਾਡੀ ਜਿਹੜੇ ਹਰਿਆਣੇ ਦੇ ਇੱਕ ਬਹੁਤ ਪ੍ਰਸਿੱਧ ਵੈਦ ਨੇ, ਉਹਨਾਂ ਨੇ ਸਾਨੂੰ ਪ੍ਰੋਵਾਈਡ ਕਰਾਇਆ ਹੈ। ਉਹ ਮੈਂ ਫਾਰਮੂਲਾ ਤੁਹਾਨੂੰ ਸਾਰਿਆਂ ਨੂੰ ਜੀ। ਦੱਸ ਦਿੰਦਾ ਹਾਂ, ਤੁਸੀਂ ਨੋਟ ਕਰ ਲਵੋ, ਲਿਖ ਲਵੋ। ਜਦ ਵੀ ਪਰੇਸ਼ਾਨੀ ਹੂੰ, ਜ਼ਿਆਦਾ ਹੋਵੇ ਡੇਂਗੂ ਵਿੱਚ, ਤਾਂ ਤੁਸੀਂ ਇਹ ਫਾਰਮੂਲਾ ਬਣਾ ਕੇ ਦਿਨ ਵਿੱਚ ਸਵੇਰੇ ਸ਼ਾਮ ਇੱਕ-ਇੱਕ ਕੱਪ ਲੈ ਸਕਦੇ ਹੋ, 3 ਦਿਨ ਵਾਸਤੇ ਲੈ ਸਕਦੇ ਹੋ, ਅਲੋਂਗ ਵਿਦ ਦਾ ਡਾਈਟ। ਕਿਉਂਕਿ ਤੁਸੀਂ ਅਗਰ ਡਾਈਟ ਵੀ ਜੀ, ਫੋਲੋ ਕਰੋਗੇ ਔਰ ਅਗਰ ਇਹ ਵੀ ਫੋਲੋ ਕਰੋਗੇ, ਤਾਂ ਤੁਹਾਨੂੰ ਜਲਦੀ ਫਰਕ ਪੈ ਜਾਏਗਾ। ਸੋ ਫਾਰਮੂਲਾ ਇਸ ਪ੍ਰਕਾਰ ਹੈ, ਠੀਕ ਹੈ। ਪਪਾਇਆ ਯਾਨੀ ਪਪੀਤੇ ਦੇ ਪੱਤੇ 1 ਪੱਤਾ ਲੈਣਾ ਪਪੀਤਾ। ਹੈ, ਹੂੰ, ਗਿਲੋਏ ਦੇ ਜੀ। ਹਾਂ, ਗਿਲੋਏ ਦੇ 4 ਪੱਤੇ ਲੈਣੇ ਨੇ, ਨੀਮ ਦੇ 8 ਹੂੰ, ਪੱਤੇ ਲੈਣੇ ਨੇ, ਬੇਲ ਪੱਤਰ ਦੇ 4 ਪੱਤੇ ਲੈਣੇ ਨੇ, ਤੁਲਸੀ ਦੇ 10-12 ਪੱਤੇ ਲੈਣੇ ਨੇ, ਔਰ ਪੀਪਲ ਦੇ ਹੂੰ, 4 ਪੱਤੇ ਲੈਣੇ ਨੇ, ਕਾਲੀ ਮਿਰਚ 4-5 ਲੈਣੀਆਂ ਨੇ, ਤੇ ਗਿਲੋਏ ਜਿਹੜਾ ਨਾ, ਗਿਲੋਏ ਦਾ ਟੁਕੜਾ 6 ਇੰਚ ਦਾ ਲੈਣਾ ਹੈਗਾ। ਤੇ ਇਸ ਤੋਂ ਇਲਾਵਾ ਠੀਕ ਹੈ। ਇੱਕ ਹਲਦੀ ਦਾ 1 ਚਮਚ ਹਲਦੀ ਲੈਣੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਹੂੰ, ਨੂੰ, ਜਿਹੜੀ ਚੀਜ਼ਾਂ ਕੁੱਟਣ ਵਾਲੀਆਂ ਨੇ ਉਹਨਾਂ ਨੂੰ ਕੁੱਟ ਲਈਆਂ, ਜਿਹੜੇ ਪੱਤੇ ਨੇ ਉਹਨਾਂ ਨੂੰ ਕੱਟ-ਕੱਟ ਕੇ ਥੋੜਾ ਛੋਟਾ ਕਰ ਲਿਆ, ਇੱਕ 2 ਹੂੰ, ਲੀਟਰ ਪਾਣੀ ਲਿਆ ਪਤੀਲੇ ਵਿੱਚ, ਸਾਰੀ ਚੀਜ਼ਾਂ ਉਹਦੇ ਵਿੱਚ ਪਾ ਦਿੱਤੀਆਂ, ਤੇ 15, 20, 25 ਮਿੰਟ ਉਹਨੂੰ ਉਬਾਲਾ ਦਿੱਤਾ, ਔਰ ਪਾਣੀ ਤਦ ਤੱਕ ਉਬਾਲੀ ਜਾਣਾ ਹੈ, ਉਬਾਲੀ ਜਾਣਾ ਹੈ, ਜਦ ਤੱਕ ਉਹ 2 ਲੀਟਰ ਪਾਣੀ ਘੱਟੋ-ਘੱਟ 1.5 ਲੀਟਰ ਜਾਂ 1 ਲੀਟਰ ਤੱਕ ਨਾ ਪਹੁੰਚ ਜਾਵੇ। ਜਦੋਂ ਓਨਾ ਪਹੁੰਚ ਗਿਆ, ਠੀਕ ਹੈ। ਉਹਨੂੰ ਛਾਣ ਲਵੋ, ਛਾਣ ਕੇ ਰੱਖ ਲਵੋ, ਔਰ ਉਹਨੂੰ 1 ਕੱਪ ਸਵੇਰੇ, 1 ਕੱਪ ਸ਼ਾਮ, ਸਿਪ-ਸਿਪ ਕਰਕੇ ਗਰਮ-ਗਰਮ ਪੀਓ। ਠੀਕ ਹੈ, ਯਾਨੀ ਕਿ ਪਲੇਟਲੈਟਸ ਨੇ ਜਿਹੜੇ ਉਹ ਜਿਹੜੇ ਨੇ ਉਹ ਤੁਹਾਡੇ ਪੂਰੇ ਹੋ ਜਾਣਗੇ, ਜਿਹੜੀ ਕਮੀ ਸੀ ਸਰੀਰ ਦੇ ਵਿੱਚ ਪੂਰੀ ਹੋ ਜਾਏਗੀ। ਸੋ ਜ਼ਰੂਰ ਇਹ ਨੁਸਖਾ ਅਪਣਾ ਕੇ ਦੇਖਿਓ ਜਿਹਨੂੰ ਵੀ ਸਮੱਸਿਆ ਹੋਈ ਹੈ, ਖਾਸ ਕਰਕੇ ਡੇਂਗੂ ਫੀਵਰ ਹੋਇਆ। ਸੋ ਡਾਕਟਰ ਸਾਹਿਬ, ਅਖੀਰ ਤੇ ਮੈਂ ਤੁਹਾਡੇ ਤੋਂ ਇੱਕ ਸਵਾਲ ਹੋਰ ਪੁੱਛਣਾ ਚਾਹੁੰਦੀ ਹਾਂ, ਜਿਹੜਾ ਕਿ ਦਵਾਈਆਂ ਨੂੰ ਲੈ ਕੇ ਆ। ਆਮ ਤੌਰ ਤੇ ਜਦੋਂ ਘਰ ਦੇ ਵਿੱਚ ਕਿਸੇ ਨੂੰ ਵੀ ਬੁਖਾਰ ਹੋਵੇ, ਬੱਚੇ ਨੂੰ, ਜਵਾਨ ਨੂੰ, ਬਜ਼ੁਰਗ ਨੂੰ, ਬੀਪੀ ਨੂੰ, ਬੰਦੇ ਨੂੰ, ਕਿਸੇ ਨੂੰ ਵੀ ਹੋਵੇ, ਤਾਂ ਸਾਡੇ ਘਰ ਦੇ ਵੀ ਨਾਲ ਦੀ ਨਾਲ ਕਹਿ ਦਿੰਦੇ ਨੇ, ਦਵਾਈਆਂ ਸਾਰਿਆਂ ਨੂੰ ਪਤਾ ਨੇ, ਬੁਖਾਰ ਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਸਾਲਟ ਤਾਂ ਇੱਕ ਹੁੰਦਾ, ਪਰ ਦਵਾਈਆਂ ਦੇ ਨਾਮ ਵੱਖਰੇ ਵੱਖਰੇ ਨੇ। ਭਾਰਤ ਵਿੱਚ ਕੋਈ ਹੋਰ ਨਾਮ ਹੋਊਗਾ, ਕੈਨੇਡਾ 'ਚ ਕੋਈ ਹੋਰ ਹੋਊਗਾ, ਅਮਰੀਕਾ 'ਚ ਕੋਈ ਹੋਰ। ਤਾਂ ਸਾਨੂੰ ਸੁਜੈਸਟ ਕੀਤਾ ਜਾਂਦਾ ਹੈ ਕਿ ਆਹ ਦਵਾਈ ਹੈ ਜਿਹੜੀ, ਆਹ ਗੋਲੀ ਖਾ ਲਓ ਜਦੋਂ ਮਤਲਬ ਬੁਖਾਰ ਹੈ ਜਿਹੜਾ ਉਹ ਚੜ੍ਹਦਾ ਹੀ ਹੁੰਦਾ। ਤਾਂ ਘਰੇ ਇਲਾਜ ਹੈ ਜਿਹੜਾ ਉਹ ਗੋਲੀ ਦੇ ਨਾਲ ਕਰ ਲਿਆ ਜਾਂਦਾ, ਤੇ ਉਹਦੇ ਨਤੀਜੇ ਵੀ ਆਉਂਦੇ ਨੇ ਜ਼ਾਹਿਰ ਤੌਰ ਤੇ। ਜਦੋਂ ਗੋਲੀ ਲਓ ਨਾਲ ਦੀ ਨਾਲ ਬੁਖਾਰ ਚਲਾ ਜਾਂਦਾ, ਫਿਰ ਦੂਸਰੀ ਡੋਜ਼ ਲੈ ਲਓ, ਫਿਰ ਜਿਹੜਾ ਹੋਰ ਫਰਕ ਪੈ ਜਾਂਦਾ, ਫਿਰ ਤੀਸਰੀ ਡੋਜ਼ ਲੈ ਲਓ। ਇਸ ਤਰੀਕੇ ਦੇ ਨਾਲ ਦਵਾਈਆਂ ਨੇ ਜਿਹੜੀਆਂ ਉਹ ਲਈਆਂ ਜਾਂਦੀਆਂ ਨੇ। ਸਵਾਲ ਮੇਰਾ ਇਹ ਹੈ ਕਿ ਕੀ ਇਹ ਦਵਾਈਆਂ ਜਿਹੜੀਆਂ ਤੁਰੰਤ ਬੰਦੇ ਨੂੰ ਠੀਕ ਕਰ ਦਿੰਦੀਆਂ ਨੇ 1-2 ਦਿਨਾਂ ਦੇ ਵਿੱਚ, ਕੀ ਇਹ ਸੁਰੱਖਿਅਤ ਨੇ ਦਵਾਈਆਂ ਲੈਣੀਆਂ? ਆਪਾਂ ਕਿਸੇ ਵੀ ਦਵਾਈ ਦਾ ਨਾਮ ਨਹੀਂ ਲੈ ਰਹੇ, ਕਿਸੇ ਕੰਪਨੀ ਦਾ ਨਾਮ ਨਹੀਂ ਲੈ ਰਹੇ, ਪਰ ਇੱਕ ਸਵਾਲ ਜ਼ਰੂਰ ਹੈ, ਕਿਉਂਕਿ ਅਸੀਂ ਕੁਦਰਤੀ ਤਰੀਕੇ ਦੇ ਨਾਲ ਇਲਾਜ ਦੀ ਗੱਲ ਕੀਤੀ ਹੈ। ਹਾਂ, ਇਹ ਜਿਹੜੀ ਇਨਸਟੈਂਟਲੀ ਜਿਹੜੇ ਬੁਖਾਰ ਡਾਊਨ ਹੋ ਜਾਂਦਾ ਹੈ, ਟੈਂਪਰੇਚਰ ਕੰਟਰੋਲ ਹੋ ਜਾਂਦਾ ਹੈ, ਇਹ ਇੱਕ ਬਹੁਤ ਵੱਡੀ ਚੀਜ਼ ਹੈ। ਇੱਕ ਚਲੋ ਸਿੰਪਟਮ ਵਿੱਚ ਕੁਝ ਟਾਈਮ ਵਾਸਤੇ ਤਾਂ ਰਿਲੀਫ ਦੇ ਦਿੰਦੀ ਹੈ, ਪਰ ਕੀ ਇਹ ਬੁਖਾਰ ਨੂੰ ਅਚਾਨਕ ਤੋਂ ਘਟਾਉਣਾ ਸਾਡੇ ਸਰੀਰ ਵਾਸਤੇ ਲੌਂਗ ਟਰਮ ਵਿੱਚ ਫਾਇਦੇਮੰਦ ਹੈ ਕਿ ਨੁਕਸਾਨਮੰਦ ਹੈ? ਇਹ ਸਾਨੂੰ ਸਮਝਣਾ ਪਏਗਾ। ਮੈਂ ਕਿਸੇ ਵੀ ਦਵਾਈ ਦੇ ਖਿਲਾਫ ਨਹੀਂ ਹਾਂ, ਜਾਂ ਮੈਂ ਕਿਸੇ ਵੀ ਪੈਥੀ ਦੇ ਖਿਲਾਫ ਨਹੀਂ ਹਾਂ। ਮੈਂ ਰਿਸਰਚ ਕਰਦਾ ਹਾਂ, ਮੈਂ ਪੜ੍ਹਦਾ ਸਾਇੰਟੀਫਿਕ ਲਿਟਰੇਚਰ, ਮੈਡੀਕਲ ਲਿਟਰੇਚਰ। ਸੋ ਪਹਿਲੀ ਗੱਲ ਜੀ। ਤਾਂ ਹਰਸ਼ਰਨ ਕੌਰ ਜੀ, ਆਪਾਂ ਇਹ ਗੱਲ ਡਿਸਕਸ ਕੀਤੀ ਸੀ ਕਿ ਬੁਖਾਰ ਜਿਹੜਾ ਹੈਗਾ, ਇਹ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈ। ਇਹ ਇੱਕ ਸਿੰਪਟਮ ਹੈ ਕਿ ਸਾਡੇ ਅੰਦਰ ਕੋਈ ਜੀਵਾਣੂ ਖਲਬਲੀ ਮਚਾ ਰਿਹਾ ਹੈ, ਜਾਂ ਫਿਰ ਕੋਈ ਗੰਦਗੀ ਅੰਦਰ ਇਕੱਠੀ ਹੋ ਗਈ ਹੈ, ਤੇ ਉਹਨੂੰ ਸਾਫ਼ ਕਰਨ ਵਾਸਤੇ ਬੁਖਾਰ ਆਇਆ ਹੈ। ਤਾਂ ਬੇਸਿਕਲੀ ਆਪਾਂ ਇਸ ਤਰ੍ਹਾਂ ਸਮਝੇ, ਸਿੰਪਲ ਉਦਾਹਰਨ ਦੇ ਤੌਰ ਤੇ, ਮੰਨ ਲਓ ਦੋ ਦੇਸ਼ਾਂ ਵਿੱਚ ਜੰਗ ਲੱਗੀ ਹੋਈ ਹੈ ਨਾ, ਤੇ ਇੱਕ ਦੇਸ਼ ਤੇ ਹਮਲਾ ਕਰਤਾ ਆਪਣੀ ਸੈਨਾ ਦੇ ਨਾਲ, ਤੇ ਦੂਸਰੀ ਦੇਸ਼ ਦੀ ਜੀ। ਸੈਨਾ ਨੇ ਵੀ ਜਵਾਬ ਦੇਣ ਵਾਸਤੇ ਫਾਇਰਿੰਗ ਖੋਲ ਦਿੱਤੀ। ਹੁਣ ਦੋਵਾਂ ਦੇ ਵਿੱਚ ਫਾਇਰਿੰਗ ਜੀ। ਚੱਲ ਪਈ। ਹੁਣ ਮੰਨ ਲਓ ਇੱਕ ਦੇਸ਼ ਦਾ ਜੀ। ਕਮਾਂਡਰ ਹੈ, ਉਹ ਕਹਿੰਦਾ ਹੈ ਕਿ ਯਾਰ ਇੰਨਾ ਸ਼ੋਰ ਹੋ ਰਿਹਾ ਹੈ, ਗੋਲੀਆਂ ਦੀ ਆਵਾਜ਼ ਮੇਰੇ ਤੋਂ ਸੁਣਿਆ ਨਹੀਂ ਜਾ ਰਹੀਆਂ, ਤੇ ਉਹ ਕਹਿੰਦਾ ਕਿ ਬਈ ਇਹ ਗੋਲੀ ਚਲਾਣੀ ਬੰਦ ਕਰ ਦਿਓ, ਹੈਨਾ। ਸੋ ਜਿਵੇਂ ਗੋਲੀ ਜੀ। ਚਲਾਣੀ ਬੰਦ ਕਰਦੇ ਉਹਨਾਂ ਦੇ ਦੇਸ਼ ਵਾਲੇ, ਤੇ ਦੁਸ਼ਮਣ ਜਿਹੜਾ ਹਾਵੀ ਹੋ ਜਾਂਦਾ ਹੈ, ਉਹ ਅੰਦਰ ਆ ਕੇ ਨੁਕਸਾਨ ਕਰ ਜਾਂਦਾ ਹੈ।
है ना, ਫਿਰ ਉਹਨੂੰ ਕਮਾਂਡਰ ਨੂੰ ਸਮਝ ਹੂੰ ਆਉਂਦੀ ਹੈ ਕਿ ਨਹੀਂ ਯਾਰ ਇਹ ਸੈਨਾ ਤਾਂ ਸਾਨੂੰ ਹੀ ਬਚਾਉਣ ਵਾਸਤੇ ਗੋਲੀਆਂ ਚਲਾ ਰਹੀਆਂ ਸੀ ਤੇ ਜਾ ਕੇ ਫਿਰ ਫਾਇਰਿੰਗ ਸ਼ੁਰੂ ਕਰੋ ਤੇ ਉਹ ਫਿਰ ਫਾਇਰਿੰਗ ਸ਼ੁਰੂ ਕਰ ਦਿੰਦੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਾਡੀ ਬੋਡੀ ਵਿੱਚ ਫੀਵਰ ਆਇਆ ਹੈ ਉਹ ਸਾਨੂੰ ਦਿੱਕਤ ਤਾਂ ਦੇ ਰਿਹਾ ਹੈ, ਸਾਨੂੰ ਨਿਢਾਲ ਤਾਂ ਕਰ ਰਿਹਾ ਹੈ, ਪਰ ਉਹ ਅੰਦਰੋਂ ਦੁਸ਼ਮਣ ਦੇ ਖਿਲਾਫ ਲੜ ਰਿਹਾ ਹੈ, ਗੰਦਗੀ ਨੂੰ ਸਾਫ਼ ਕਰ ਰਿਹਾ ਹੈ। ਸੋ ਜੇ ਅਸੀਂ ਦਵਾਈ ਖਾ ਕੇ ਉਸ ਨੂੰ ਰੋਕ ਦਿੰਦੇ ਹਾਂ, ਉਸ ਸਫਾਈ ਨੂੰ ਰੋਕ ਦਿੰਦੇ ਹਾਂ ਤੇ ਅਸੀਂ ਆਪਣੇ ਪੈਰ ਤੇ ਹੀ ਕੁਲਾੜੀ ਮਾਰਦਾ ਕੰਮ ਕਰ ਰਹੇ ਹਾਂ ਲੌਂਗ ਟਰਮ ਵਿੱਚ। ਇਹਦਾ ਮੈਂ ਸਾਇੰਟੀਫਿਕ ਐਵੀਡੈਂਸ ਦੇਣਾ ਚਾਹੁੰਦਾ ਹਾਂ। ਸੋ ਇਹਦਾ ਸਾਇੰਟੀਫਿਕ ਜੀ ਐਵੀਡੈਂਸ ਇਸ ਪ੍ਰਕਾਰ ਹੈ ਕਿ ਬਹੁਤ ਸਾਰੇ ਮੈਡੀਕਲ ਲਿਟਰੇਚਰ ਵਿੱਚ ਹੁਣ ਤੱਕ ਸਟੱਡੀਜ਼ ਆ ਚੁੱਕੀਆਂ ਨੇ। ਉਹਨਾਂ ਵਿੱਚੋਂ ਇੱਕ ਮੈਂ ਉਦਾਹਰਣ ਦਾਂਗਾ ਜਿਹੜੀ ਤੁਹਾਡੇ ਅੱਖਾਂ ਖੋਲ ਦੇਗਾ, ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। ਇੱਕ ਜੀ ਬਜ਼ੁਰਗਾਂ ਦੇ ਉੱਤੇ ਬਹੁਤ ਵੱਡੀ ਸਟੱਡੀ ਕੀਤੀ ਗਈ ਸੀ, ਇੱਕ ਹਸਪੀਟਲ ਵਿੱਚ ਰਿਕਾਰਡ ਰੱਖਿਆ ਗਿਆ ਸੀਗਾ ਕਿ ਅਸੀਂ ਦੇਖੀਏ ਤਾਂ ਸਹੀ ਕਿ ਅਸੀਂ ਜੋ ਆਇਆ ਉਹਨੂੰ ਪੈਰਾਸੀਟਾਮੋਲ ਦੇ ਦਿੰਦੇ ਆ, ਗੋਲੀ ਖਿਲਾ ਦਿੰਦੇ ਆ, ਕਿ ਇਹਦੇ ਨਾਲ ਫਾਇਦਾ ਹੁੰਦਾ ਵੀ ਹੈ ਕਿ ਅਗਰ ਮੰਨ ਲਓ ਦਵਾਈ ਨਹੀਂ ਦਾਂਗੇ ਤੇ ਫਿਰ ਫਾਇਦਾ ਜ਼ਿਆਦਾ ਜੀ ਹੋਏਗਾ ਜਾਂ ਦਵਾਈ ਦਾਂਗੇ ਤਾਂ ਜ਼ਿਆਦਾ ਹੋਏਗਾ। ਤੇ ਉਹਨਾਂ ਨੇ ਦੇਖਿਆ ਲਗਭਗ 80 ਪੇਸ਼ੈਂਟਸ ਦੇ ਉੱਤੇ ਇਹ ਸਟੱਡੀ ਕੀਤੀ, ਦੋ ਗਰੁੱਪ ਵਿੱਚ ਡਿਵਾਈਡ ਕਰ ਲਏ। 40 ਪੇਸ਼ੈਂਟ ਲਗਭਗ ਉਹ ਸੀ ਜਿਨ੍ਹਾਂ ਨੂੰ ਕੋਈ ਦਵਾਈ ਨਹੀਂ ਦਿੱਤੀ ਗਈ ਔਰ 40 ਪੇਸ਼ੈਂਟ ਲਗਭਗ ਉਹ ਸੀ ਜਿਨ੍ਹਾਂ ਨੂੰ ਪੈਰਾਸੀਟਾਮੋਲ ਹਰ ਥੋੜੀ ਦੇਰ ਬਾਅਦ ਦਿੱਤੀ ਗਈ। ਔਰ ਹੋਇਆ ਕੀ, ਜੀ ਜਦ ਰਿਜ਼ਲਟਸ ਦੇਖੇ ਗਏ ਕੁਝ ਹੀ ਦਿਨਾਂ ਵਿੱਚ ਰਿਜ਼ਲਟ ਸਾਹਮਣੇ ਆ ਗਏ ਕਿ ਜਿਹੜੇ ਲੋਕਾਂ ਨੇ ਕੋਈ ਵੀ ਦਵਾਈ ਨਹੀਂ ਲਈ ਸੀ ਉਹਨਾਂ ਵਿੱਚ ਸਿਰਫ ਇੱਕ ਇਨਸਾਨ ਦੀ ਮੌਤ ਹੋਈ ਔਰ ਜਿਨ੍ਹਾਂ ਨੇ ਪੈਰਾਸੀਟਾਮੋਲ ਹਰ ਥੋੜੀ ਦੇਰ ਬਾਅਦ ਲਈ ਉਹਨਾਂ ਵਿੱਚ 7 ਲੋਕਾਂ ਦੀ ਮੌਤ ਹੋਈ। ਜੀ ਬਿਲਕੁਲ। ਸੋ ਇਹ ਮਤਲਬ ਹਾਂ, ਜੋ ਸਰਵੇ ਹੋਏ ਨੇ, ਜੋ ਮਤਲਬ ਪਰਖਾਂ ਹੋਈਆਂ ਨੇ, ਉਹਨਾਂ ਦੀ ਗੱਲ ਡਾਕਟਰ ਸਾਹਿਬ ਕਰ ਰਹੇ ਨੇ, ਜੋ ਵਿਗਿਆਨਿਕ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਪੜਤਾਲ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਦਵਾਈਆਂ ਦੀ ਜਿਹੜੀ ਪੜਤਾਲ ਹੈ ਜਾਂ ਦਵਾਈਆਂ ਦਾ ਇੱਕ ਜਿਹੜੀ ਜਾਂਚ ਕੀਤੀ ਗਈ ਜਾਂ ਉਹਨਾਂ ਨੂੰ ਪਰਖਿਆ ਗਿਆ। ਸੋ ਪਰਖ ਦੇ ਆਧਾਰ ਦੇ ਉੱਤੇ ਇਹ ਕਿਹੜੀ ਦਵਾਈ ਕਿਸ ਤਰੀਕੇ ਦੇ ਨਾਲ ਉਤਰਦੀ ਹੈ ਖਰੀ, ਉਹਦੇ ਲਈ ਸਾਨੂੰ ਜਿਹੜੀ ਰਿਸਰਚ ਹੈ ਉਹ ਜ਼ਰੂਰ ਪੜ੍ਹਨੀ ਪੈਂਦੀ ਹੈ। ਸੋ ਡਾਕਟਰ ਸਾਹਿਬ ਨੇ ਆਪਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਸਮਝਾਇਆ ਹੈ, ਕਿਉਂਕਿ ਜਿਹੜੀਆਂ ਵਿਗਿਆਨਿਕ ਤੌਰ ਤੇ ਜਿਹੜੀਆਂ ਪਰਖਾਂ ਹੁੰਦੀਆਂ ਨੇ, ਇੱਕ ਜਿਹੜੀ ਮੈਡੀਕਲ ਦੀ ਲਾਈਨ ਹੀ ਇਹੋ ਜਿਹੀ ਹੈ ਜਿਹਦੇ ਵਿੱਚ ਖੋਜਾਂ ਹੁੰਦੀਆਂ ਰਹਿੰਦੀਆਂ ਨੇ, ਜਿਹਦੇ ਵਿੱਚ ਰਿਸਰਚ ਹੁੰਦੀ ਹੈ। ਜੇ ਕੋਈ ਦਵਾਈ ਬਣੀ ਹੈ ਤਾਂ ਉਹਦੇ ਤੇ ਰਿਸਰਚ ਵੀ ਜ਼ਰੂਰ ਹੋਏਗੀ। ਜਿਹੜਾ ਕੁਦਰਤੀ ਤਰੀਕੇ ਜਾਂ ਫਿਰ ਦਵਾਈਆਂ, ਉਹਨਾਂ ਨੂੰ ਦੋਨਾਂ ਨੂੰ ਕੰਪੇਅਰ ਕਰਕੇ ਦੁਨੀਆ ਭਰ ਦੇ ਵਿੱਚ ਅਜਿਹੀਆਂ ਖੋਜਾਂ ਚੱਲਦੀਆਂ ਰਹਿੰਦੀਆਂ ਨੇ ਤੇ ਉਹਨਾਂ ਖੋਜਾਂ ਦੇ ਆਧਾਰ ਤੇ ਹੀ ਡਾਕਟਰ ਕਮਲਪ੍ਰੀਤ ਸਿੰਘ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ। ਇਹ ਹੁਣ ਤੁਹਾਡੇ ਹੱਥ ਦੇ ਵਿੱਚ ਹੈ। ਹਮੇਸ਼ਾ ਇਨਸਾਨ ਦਾ ਆਪਣਾ ਡਿਸੀਜ਼ਨ ਹੁੰਦਾ ਹੈ, ਆਪਣੇ ਸਰੀਰ ਦੇ ਉੱਤੇ ਹਰੇਕ ਇਨਸਾਨ ਦਾ ਸਭ ਤੋਂ ਪਹਿਲਾਂ ਆਪਣਾ ਹੱਕ ਹੁੰਦਾ ਹੈ। ਉਹਨੇ ਫੈਸਲਾ ਲੈਣਾ ਹੈ ਕਿ ਉਹਨੇ ਆਪਣੀ ਜਿਹੜੀ ਸਰੀਰ ਨੂੰ ਕੋਈ ਬਿਮਾਰੀ ਲੱਗੀ ਹੈ ਉਹਦਾ ਇਲਾਜ ਉਹਨੇ ਦਵਾਈਆਂ ਦੇ ਨਾਲ ਕਰਨਾ ਹੈ ਜਾਂ ਫਿਰ ਘਰੇਲੂ ਨੁਸਖਿਆਂ ਦੇ ਨਾਲ ਕਰਨਾ ਹੈ। ਸੋ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਤੁਹਾਨੂੰ ਜਾਣਕਾਰੀ ਦੇਈਏ, ਆਖਰੀ ਫੈਸਲਾ ਤੁਹਾਡਾ ਹੀ ਹੁੰਦਾ ਹੈ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ। ਅਗਲੇ ਹਫਤੇ ਆਪਾਂ ਫੇਰ ਜੁੜਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਇੱਕ ਨਵੀਂ ਜਾਣਕਾਰੀ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।